ਸਤਿ ਸ਼੍ਰੀ ਅਕਾਲ। ਅੱਜ ਦੇ 21 ਡੇਜ਼ ਟੂ ਹੈਪੀਨੈਸ ਦੇ ਇਸ ਲਾਈਵ ਦੇ ਵਿੱਚ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ। ਤੁਹਾਡਾ ਹਫਤਾ ਕਿਹੋ ਜਿਹਾ ਸੀ? ਬੀਤੇ ਹਫਤੇ ਦੇ ਵਿੱਚ ਕੀ ਕੁਝ ਕੀਤਾ? ਹਫਤਾ ਵਧੀਆ ਗੁਜ਼ਰਿਆ? ਕੋਈ ਨਵੀਆਂ ਅਕੰਪਲਿਸ਼ਮੈਂਟਸ ਕੀਤੀਆਂ? ਜਿਹੜੀ ਪਿਛਲੇ ਹਫਤੇ ਆਪਾਂ ਗੱਲ ਕੀਤੀ ਸੀ ਇੱਕ ਨਵੀਂ ਆਦਤ ਸਿੱਖਣ ਦੀ, ਕਿਹੜੀ ਸ਼ੁਰੂ ਕੀਤੀ? ਮੈਂ ਤਾਂ ਜੋ ਕਰਦੀ ਪਈ ਹਾਂ, ਮੈਂ ਤਾਂ ਭਾਸ਼ਾ ਸਿੱਖ ਰਹੀ ਹਾਂ। ਸੋ ਮੈਂ ਜਿਹੜੀ ਲੈਂਗੁਏਜ ਸਿੱਖਦੀ ਪਈ ਹਾਂ ਉਹ ਥੋੜ੍ਹਾ ਜਦੋਂ ਹੋਰ ਸਿੱਖ ਜਾਵਾਂਗੀ ਫਿਰ ਉਹਦੇ ਵਿੱਚ ਗੱਲ ਕਰਨੀ ਸ਼ੁਰੂ ਕਰਾਂਗੀ। ਇਨ ਦ ਮੀਨ ਟਾਈਮ ਤੁਹਾਡੇ ਵਿੱਚੋਂ ਜਿਨ੍ਹਾਂ ਨੇ ਆਪਣੇ ਗੋਲਸ ਬਣਾਏ ਹੋਏ ਸੀ ਬਾਉਂਡਰੀਜ਼ ਦੇ, ਤੁਹਾਡੇ ਵਿੱਚੋਂ ਜਿਨ੍ਹਾਂ ਨੇ ਆਪਣੇ ਗੋਲਸ ਬਣਾਏ ਹੋਏ ਸੀ ਚੰਗੀ ਸਿਹਤ ਵਾਲੇ, ਕਿਵੇਂ ਚੱਲ ਰਹੇ ਨੇ? ਸੈਰ ਕਰਨੀ ਸ਼ੁਰੂ ਕੀਤੀ? ਵਾਕ ਕਰਨ 'ਤੇ ਜਾਣਾ ਸ਼ੁਰੂ ਕੀਤਾ? ਸਵੇਰੇ ਉੱਠਣ ਦਾ ਜੇ ਗੋਲ ਤੱਕਿਆ ਹੋਇਆ ਸੀ, ਕੀ ਉਹ ਗੋਲ ਪੂਰਾ ਕੀਤਾ? ਸੀ ਗੋਲਸ ਤਾਂ ਹੀ ਕਾਮਯਾਬ ਹੁੰਦੇ ਨੇ ਜੇ ਆਪਾਂ ਆਪਣੇ ਆਪ ਨੂੰ ਇਹ ਕੁਐਸਚਨਸ ਕਰੀਏ। ਬਾਕੀ ਆਪਣੇ ਆਪ ਨੂੰ ਕੁਐਸਚਨ ਕਰਾਂਗੇ ਤਾਂ ਹੀ ਅਸੀਂ ਆਪਣੇ ਆਪ ਨੂੰ ਵਧੀਆ ਬਣਾਵਾਂਗੇ ਪਹਿਲਾਂ ਨਾਲੋਂ। ਆਪਾਂ ਨੂੰ ਪਹਿਲਾਂ ਨਾਲੋਂ ਆਪਣੇ ਆਪ ਨੂੰ ਵਧੀਆ ਬਣਾਉਣਾ ਹਮੇਸ਼ਾ ਬਹੁਤ ਜ਼ਰੂਰੀ ਹੈ। ਬਹੁਤ ਬਹੁਤ ਸ਼ੁਕਰੀਆ ਥਾਟਸ ਨੂੰ ਪਸੰਦ ਕਰਨ ਦਾ, ਅਤੇ ਪਲੀਜ਼ ਕੀਪ ਔਨ ਸੈਂਡਿੰਗ ਮੀ ਯੋਰ ਨੇਮ ਤਾਂ ਕਿ ਅਸੀਂ ਤੁਹਾਨੂੰ ਸ਼ਾਊਟ ਆਊਟ ਵੀ ਦੇ ਸਕੀਏ ਇਸ ਲਾਈਵ ਦੇ ਦੌਰਾਨ। ਸੋ ਪਿਛਲੇ ਹਫਤੇ ਦੌਰਾਨ ਅਸੀਂ ਗੱਲ ਕਰ ਰਹੇ ਸੀ ਕੋਈ ਨਵੀਂ ਆਦਤ ਸਿੱਖਣ ਦੀ, ਅਤੇ ਇਸ ਹਫਤੇ ਅੱਜ ਆਪਾਂ ਗੱਲ ਕਰਾਂਗੇ ਕਿ ਆਪਣੀ ਆਉਂਦੀ ਪੀੜ੍ਹੀ ਨੂੰ, ਬੱਚਿਆਂ ਨੂੰ ਵਧੀਆ ਤਰ੍ਹਾਂ ਕਿੱਦਾਂ ਸਿਖਾਈਏ ਕਿ ਉਹ ਕੌਨਫੀਡੈਂਟ ਬਣਨ। ਸਤਿ ਸ਼੍ਰੀ ਅਕਾਲ। ਸਾਡੇ ਨਾਲ ਅੱਜ ਜੁਆਇਨ ਕਰ ਚੁੱਕੇ ਨੇ ਸਾਰੇ ਹਰਿੰਦਰ ਬਾਸੀ, ਅਤੇ ਨਾਲ ਹੀ ਜੁਆਇਨ ਕਰ ਚੁੱਕੇ ਹੋਏ ਨੇ। I can see the profile picture, but I'm not able to see the name. So please send a hello so ਆਪਾਂ ਤੁਹਾਨੂੰ ਇੱਥੇ ਸਤਿ ਸ਼੍ਰੀ ਅਕਾਲ hello ਵੀ ਕਹਿ ਸਕੀਏ। ਬਾਕੀ ਆਪਣੇ ਵਿਚਾਰ ਤੁਸੀਂ ਹਮੇਸ਼ਾ ਲਾਈਵਸ ਦੇ ਕਮੈਂਟਸ ਦੇ ਵਿੱਚ ਦਿੰਦੇ ਹੁੰਦੇ ਹੋ। ਥੈਂਕ ਯੂ ਸੋ ਮਚ। ਜਦੋਂ ਆਪਾਂ ਇੰਟਰੈਕਟਿਵ ਹੁੰਦੇ ਹਾਂ, ਆਪਾਂ ਗੱਲਾਂ ਬਾਤਾਂ ਕਰਦੇ ਹੁੰਦੇ ਹਾਂ, ਉਦੋਂ ਇੱਕ ਤਾਂ ਆਪਾਂ ਸਿੱਖਦੇ ਜ਼ਿਆਦਾ ਆ। ਕਿਉਂ? ਮੇਰੀ ਥਾਟ ਤੁਹਾਡੇ ਕੋਲ, ਤੁਹਾਡੀ ਥਾਟ ਮੇਰੇ ਕੋਲ, ਅਤੇ ਇਹ ਦੋਨੋਂ ਥਾਟਸ ਜਿਹੜਾ ਵੀ ਕੋਈ ਸੁਣ ਪੜ੍ਹ ਰਿਹਾ ਉਹ ਸਿੱਖੇਗਾ। ਕਿੱਥੇ ਇੱਕ ਵਿਚਾਰ ਜਾਣਾ ਸੀ, ਕਿੱਥੇ ਇੱਕ ਤੋਂ ਵਧੇਰੇ ਵਿਚਾਰ ਜਾ ਰਹੇ ਨੇ। ਸੋ ਅਸੀਂ ਲਾਈਵਸ ਦਾ ਜਿਹੜਾ ਸਾਡਾ ਆਸ਼ਾ ਆ ਉਹ ਜ਼ਰੂਰ ਪੂਰਾ ਕਰਨਾ ਹੈ। ਆਸ਼ਾ ਕੀ ਹੈ? ਆਸ਼ਾ ਹੈ ਜ਼ਿੰਦਗੀ ਨੂੰ ਵਧੀਆ ਬਣਾਉਣਾ, ਅਤੇ ਜ਼ਿੰਦਗੀ ਨੂੰ ਵਧੀਆ ਬਣਾਉਣ ਦੇ ਵਿੱਚ ਜਿੱਥੇ ਅਸੀਂ ਆਪਣੇ ਆਪ ਵੱਲ ਸਾਡੀਆਂ ਜ਼ਿੰਮੇਵਾਰੀਆਂ ਨੇ, ਉੱਥੇ ਹੀ ਸਾਡੀ ਇੱਕ ਜ਼ਿੰਮੇਵਾਰੀ ਬਹੁਤ ਵੱਡੀ ਹੈ, ਉਹ ਹੈ ਆਉਂਦੀ ਪੀੜ੍ਹੀ ਬਾਰੇ। ਇੰਨੀ ਵੱਡੀ ਕਿਉਂ ਹੈ ਜ਼ਿੰਮੇਵਾਰੀ? ਇਸ ਵਾਸਤੇ ਸਤਿ ਸ਼੍ਰੀ ਅਕਾਲ ਗੁਰਵਿੰਦਰ ਸਿੰਘ ਸਿੱਧੂ ਜੀ, ਮੈਨੂੰ ਥੋੜ੍ਹਾ ਕੁਐਸਚਨ ਸਮਝ ਨਹੀਂ ਆਇਆ, ਤੁਸੀਂ ਥੋੜ੍ਹਾ ਜਿਹਾ ਐਲੈਬੋਰੇਟ ਕਰੋਗੇ ਕੁਐਸਚਨ ਨੂੰ? ਇਨ ਦ ਮੀਨ ਟਾਈਮ ਮੈਂ ਜਿਹੜੀ ਗੱਲ ਕਰ ਰਹੀ ਹਾਂ ਮੈਂ ਉਹਨੂੰ ਕੰਟੀਨਿਊ ਕਰਦੀ ਹਾਂ, ਪਰ ਤੁਸੀਂ ਕੀਪ ਔਨ ਰਾਈਟਿੰਗ ਦ ਕਮੈਂਟ ਤਾਂ ਕਿ ਮੈਂ ਕਮੈਂਟ ਪੜ੍ਹ ਕੇ ਫਿਰ ਉਹਦਾ ਆਨਸਰ ਵੀ ਕਰ ਸਕਾਂ। ਸੋ ਮੈਂ ਰਾਈਟ ਨਾਲ ਗੱਲ ਕਰਦੀ ਪਈ ਹਾਂ ਕਿ ਆਪਾਂ ਜਿਹੜਾ ਹੈ ਨਾ ਸਾਡੀ ਆਉਂਦੀ ਪੀੜ੍ਹੀ, ਉਹਨੂੰ ਅਸੀਂ ਵਧੀਆ ਸਿਖਾਉਣਾ। ਹੁਣ ਆਉਂਦੀ ਪੀੜ੍ਹੀ ਨੂੰ ਵਧੀਆ ਕਿੱਦਾਂ ਸਿਖਾਵਾਂਗੇ? ਇਹ ਤਾਂ ਹੈ ਨਹੀਂਗਾ ਕਿ ਕੋਈ ਬਟਨ ਹੈ ਕਿਤੇ ਆਪਾਂ ਜਾ ਕੇ ਔਨ ਕਰ ਦਾਂਗੇ, ਜਾ ਕੇ ਔਨ ਹੋ ਜਾਊਗਾ। ਕਹਾਵਤ ਸੁਣੀ ਹੋਈ ਹੈ ਨਾ, ਮੰਕੀ ਸੀ ਮੰਕੀ ਡੂ। ਸੋ ਜੇ ਮੰਕੀ ਸੀ ਮੰਕੀ ਡੂ ਹੈ ਤਾਂ ਜਿਹੜਾ ਇਨਸਾਨ ਦਾ ਬੱਚਾ ਹੈ, what do you think? ਇਨਸਾਨ ਦਾ ਬੱਚਾ ਵੀ ਜੋ ਚੀਜ਼ਾਂ ਦੇਖ ਰਿਹਾ ਹੈ ਉਹ ਸਿੱਖਦਾ, ਨਾ ਕਿ ਜੋ ਅਸੀਂ ਬੋਲ ਰਹੇ ਹਾਂ। ਇੰਟਰਸਟਿੰਗ isn't it? ਅਸੀਂ ਜਿੰਨਾ ਮਰਜ਼ੀ ਬੋਲੀ ਜਾਈਏ, ਅਸੀਂ ਜਿੰਨੀਆਂ ਮਰਜ਼ੀ ਗੱਲਾਂ ਕਰ ਦਈਏ ਕਿ ਅਸੀਂ ਸੱਚ ਬੋਲੀਏ, ਅਸੀਂ ਬਾਕੀਆਂ ਦੀ ਮਦਦ ਕਰੀਏ, ਅਸੀਂ ਚੰਗੇ ਬਣੀਏ, ਪਰ ਜੇ ਮੈਂ ਹੀ ਸੱਚ ਨਾ ਬੋਲੂੰਗੀ, ਜੇ ਮੈਂ ਹੀ ਚੰਗੀ ਨਾ ਹੋਊਂਗੀ ਤਾਂ ਮੈਂ ਆਪਣੇ ਬੱਚਿਆਂ ਨੂੰ ਕੀ ਸਿਖਾਊਂਗੀ? ਪਰ ਹਾਂ, ਜੇ ਮੈਂ ਕਹੀ ਜਾਊਂਗੀ ਪਰ ਆਪ ਚੰਗੇ ਕੰਮ ਨਾ ਕਰੂੰਗੀ, ਉਸ ਵੇਲੇ ਮੇਰੇ ਬੱਚੇ ਕੀ ਸਿੱਖਣਗੇ? ਸੇਮ ਗੋਜ਼ ਫॉर ਯੂ। ਜਿਸ ਵੇਲੇ ਅਸੀਂ ਬੱਚਿਆਂ ਨੂੰ ਇਹ ਕਹਿ ਦਿੰਦੇ ਹਾਂ ਕਿ ਜਿਹੜਾ ਕੋਈ ਬਾਹਰ ਆਇਆ ਉਹਨੂੰ ਦੱਸ ਦਿਓ ਮੈਂ ਘਰੇ ਨਹੀਂ,
ਐਂਡ ਦੈਟਸ ਨਾਟ ਜਸਟ ਫॉर ਦੋਜ਼ ਪੀਪਲ ਜਿਹੜੇ ਹੈਗੇ ਨੇ ਤੁਹਾਨੂੰ ਬਾਹਰ ਬਿਨਾਂ ਗੱਲੋਂ ਸੋਲਿਸਟਿੰਗ ਕਰਨ ਵਾਲੇ, ਜਿੱਦਾਂ ਉਰੇ ਨੌਕਰ ਨੂੰ ਆ ਜਾਂਦੇ ਹੁੰਦੇ ਆ ਨਾ ਆਪਣੇ ਜਿਹੜੇ ਤੁਹਾਨੂੰ ਕ੍ਰਿਸਚਨ ਬਣਾਉਂਦੇ ਹੁੰਦੇ ਆ, ਜਿਹੋਵਾ ਵਿਟਨੈਸ ਵਾਲੇ, ਉਹ ਜਿਵੇਂ ਆਉਂਦੇ ਨੇ, ਚਲੋ ਉਹਨਾਂ ਨੂੰ ਕਹਿਣਾ ਤਾਂ ਡਿਫਰੈਂਟ ਸਟੋਰੀ ਹੈ, ਬਿਕੋਜ਼ ਦੇ ਵਿਲ ਟੇਕ ਅ ਲੋਟ ਆਫ ਯੂਰ ਟਾਈਮ ਐਂਡ ਯੂਰ ਟਾਈਮ ਇਜ਼ ਪ੍ਰੈਸ਼ੀਅਸ, ਸੋ ਓਕੇ। ਪਰ ਜੇ ਇਹੀ ਰੂਟੀਨ ਹੈ, ਤੁਸੀਂ ਇਹ ਝੂਠ ਹਰ ਵੇਲੇ ਹੀ ਬੋਲਦੇ ਹੋ, ਫਿਰ ਅਫਕੋਰਸ ਬੱਚਾ ਵੀ ਝੂਠ ਹੀ ਸਿੱਖੂਗਾ ਨਾ। ਨਾਓ ਜੇ ਇਹ ਬੱਚਾ ਝੂਠ ਸਿੱਖ ਰਿਹਾ ਹੈ, ਜੇ ਇਹਦੀ ਫਾਊਂਡੇਸ਼ਨ ਹੀ ਝੂਠ ਵਾਲੀ ਹੈ, ਇਹਨੇ ਕਿਹੜੀ ਉਮਰ ਵਿੱਚ ਜਾ ਕੇ ਰੀਅਲਾਈਜ਼ ਕਰਨਾ ਹੈ ਕਿ ਝੂਠ ਨਹੀਂ ਬੋਲਣਾ? ਕਿਹੜੀ ਉਮਰ ਦੇ ਵਿੱਚ ਜਾ ਕੇ ਵਧੀਆ ਗੱਲਾਂ ਸਿੱਖਣੀਆਂ ਨੇ, ਤੇ ਫਿਰ ਕਿਹੜੀ ਉਮਰ ਵਿੱਚ ਜਾ ਕੇ ਆਪਣੇ ਬੱਚਿਆਂ ਨੂੰ ਵਧੀਆ ਸਿਖਾਉਣਾ? ਸੀ ਇਸ ਵਾਸਤੇ ਸਾਡੇ ਉੱਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ। ਇਹ ਜ਼ਿੰਮੇਵਾਰੀ ਕਿ ਅਸੀਂ ਆਪਣੇ ਆਉਂਦੇ ਜਿਹੜਾ ਸਮਾਜ ਹੈ, ਸੁਸਾਇਟੀ ਹੈ, ਉਹਨੂੰ ਵਧੀਆ ਬਣਾਉਣਾ। ਕਿਵੇਂ? ਬੱਚਿਆਂ ਨੂੰ ਵਧੀਆ ਬਣਾ ਕੇ, ਬੱਚਿਆਂ ਨੂੰ ਵਧੀਆ ਸਿਖਾ ਕੇ। ਹੁਣ ਇੱਕ ਚੀਜ਼ ਹੈਗੀ ਹੈ ਕਿ ਸਾਡੇ ਬੱਚਿਆਂ ਦੇ ਵਿੱਚ ਕੌਨਫੀਡੈਂਸ ਹੋਵੇ। ਕੌਨਫੀਡੈਂਸ ਬੱਚਿਆਂ ਦੇ ਵਿੱਚ ਕਿਵੇਂ ਆਉਂਦਾ ਹੈ? ਜਾਂ ਪਹਿਲਾਂ ਇਹ ਕਰੀਏ ਕਿ ਕੌਨਫੀਡੈਂਸ ਦਾ ਫਾਇਦਾ ਕੀ ਹੁੰਦਾ ਹੈ? ਕੌਨਫੀਡੈਂਸ ਹੈ ਕੀ ਹੈ? ਕੌਨਫੀਡੈਂਸ ਹੈ ਤੁਹਾਡੀ ਹਿੰਮਤ, ਤੁਹਾਡਾ ਹੌਸਲਾ, ਕਿ ਤੁਹਾਡਾ ਆਪਦੇ ਆਪ ਵਿੱਚ ਯਕੀਨ ਹੈ। ਤੁਸੀਂ ਆਪਣੀ ਹਿੰਮਤ ਨਾਲ, ਆਪਣੇ ਹੌਸਲੇ ਨਾਲ ਤੁਸੀਂ ਹਰ ਇੱਕ ਕੰਮ ਕਰ ਰਹੇ ਹੋ, ਗੱਲਬਾਤ ਕਰ ਰਹੇ ਹੋ, ਵਿਚਾਰ ਚਰਚਾ ਕਰ ਰਹੇ ਹੋ, ਲੋਕਾਂ ਦੇ ਨਾਲ ਇੰਟਰੈਕਟ ਕਰ ਰਹੇ ਹੋ। ਜੇ ਇਹ ਕੌਨਫੀਡੈਂਸ ਹੋਊਗਾ ਹੀ ਨਹੀਂ, ਤਾਂ ਉਸ ਵੇਲੇ ਉਹ ਬੱਚਾ ਆਪਣੇ ਥਾਟਸ, ਆਪਣੇ ਵਿਚਾਰਾਂ ਨੂੰ ਕਿਸੇ ਦੇ ਨਾਲ ਸ਼ੇਅਰ ਕਰਨ ਲੱਗਿਆ ਬਹੁਤ ਵਾਰੀ ਝਿਜਕੇਗਾ। ਕੋਈ ਪ੍ਰੋਬਲਮ ਹੈ, ਉਹਨੂੰ ਸਾਂਝੀ ਕਰਨ ਲੱਗਿਆ ਬਹੁਤ ਵਾਰ ਸੋਚੇਗਾ। ਜੇ ਅਜਿਹਾ ਹੋਣ ਲੱਗ ਪਿਆ ਤਾਂ ਉਹ ਬੱਚਾ, ਚਾਂਸਸ ਹੈ ਕਿ ਅਗਰ ਉਹ ਕਿਤੇ ਬਾਦਰ ਹੋ ਰਿਹਾ ਹੋਏਗਾ, ਉਹਨੂੰ ਕੋਈ ਪਰੇਸ਼ਾਨ ਕਰ ਰਿਹਾ ਹੋਏਗਾ, ਤਾਂ ਸ਼ਾਇਦ ਉਹਦੇ ਵਿੱਚ ਇਹ ਹੌਸਲਾ ਹੀ ਨਾ ਹੋਵੇ ਕਿ ਉਹ ਜਾ ਕੇ ਕਿਸੇ ਦੇ ਕੋਲੋਂ ਹੈਲਪ ਲੈ ਸਕੇ। ਕੀ ਅਸੀਂ ਚਾਹੁੰਦੇ ਹਾਂ ਸਾਡੀ ਆਉਂਦੀ ਜਨਰੇਸ਼ਨ ਇਹੋ ਜਿਹੀ ਹੋਵੇ, ਜਿਨ੍ਹਾਂ ਦੇ ਕੋਲ ਇਹ ਹੌਸਲਾ ਹੀ ਨਾ ਹੋਵੇ ਕਿ ਆਪਣੇ ਆਪ ਦੇ ਵਾਸਤੇ ਮਦਦ ਵੀ ਲੈਣੀ ਹੈ? ਕਹਿੰਦੇ ਆ ਨਾ ਕਿ God help those who help themselves। ਰੱਬ ਵੀ ਉਹਨਾਂ ਦੀ ਮਦਦ ਕਰਦਾ ਜਿਹੜੇ ਆਪਣੀ ਮਦਦ ਖੁਦ ਕਰਦੇ ਆ। ਇਹ ਇਕੱਲੀ ਥਾਟ ਨਹੀਂ ਹੈਗੀ, that is the truth। ਹੁਣ ਜੇ ਅਸੀਂ ਆਪਣੇ ਬੱਚਿਆਂ ਨੂੰ ਇਹੀ ਨਹੀਂ ਸਿਖਾਵਾਂਗੇ ਕਿ ਤੁਸੀਂ ਆਪਣੇ ਆਪ ਦੇ ਵਾਸਤੇ ਆਪਣੇ ਪੈਰਾਂ 'ਤੇ ਖੜੇ ਹੋਣਾ, ਸੈਲਫ ਸਫੀਸ਼ੀਐਂਟ ਹੋਣਾ, ਆਪਣੇ ਆਪ ਵਾਸਤੇ ਗੱਲ ਕਰਨੀ ਹੈ, ਆਪਣਾ ਪੁਆਇੰਟ ਅਕ੍ਰੋਸ ਕਰਨਾ ਆ, ਕਿੱਥੋਂ ਸਿੱਖਣਗੇ ਉਹ? ਸ਼ਾਇਦ ਕਿਤੋਂ ਪੜ੍ਹ ਕੇ ਸਿੱਖ ਜਾਣ, ਪਰ ਜਿਹੜੀ ਨੌਲੇਜ ਤੁਹਾਨੂੰ ਦੇਖ ਕੇ ਤੁਹਾਡੇ ਰਾਹੀਂ ਆਏਗੀ, ਉਹ ਨੌਲੇਜ ਕਿਤਾਬਾਂ ਰਾਹੀਂ ਨਹੀਂ ਆਉਂਦੀ। ਕਹਿੰਦੇ ਆ ਨਾ, ਅਕਲ ਧੱਕੇ ਖਾ ਕੇ ਆਉਂਦੀ ਹੈ, ਬਦਾਮ ਖਾ ਕੇ ਨਹੀਂ ਆਉਂਦੀ। ਬਦਾਮ ਖਾ ਕੇ ਕਿਤੇ ਕਿਤੇ ਆਉਂਦੀ ਹੈ, ਕਿਤੇ ਕਿਤੇ, ਵੈਰੀ ਰੇਅਰ, ਨਾਟ ਆਲਵੇਜ਼। ਪਰ ਹਾਂ, ਜਦੋਂ ਆਪਾਂ ਕਹਿੰਦੇ ਹਾਂ ਧੱਕੇ ਖਾ ਕੇ, ਮੀਨਸ ਜਦੋਂ ਆਪਾਂ ਲਾਈਫ 'ਚੋਂ ਗੁਜ਼ਰਦੇ ਹਾਂ, ਉਦੋਂ ਜਾ ਕੇ ਫਿਰ ਸਾਨੂੰ ਮੱਤ ਆਉਂਦੀ ਹੈ। ਅਸੀਂ ਆਪਣੇ ਬੱਚਿਆਂ ਨੂੰ ਇਸ ਸਾਰੇ ਕੁਝ ਦੇ ਵਿੱਚੋਂ ਬਚਾ ਸਕਦੇ ਹੁੰਦੇ ਹਾਂ। ਕਿਵੇਂ? ਚੰਗੀਆਂ ਚੀਜ਼ਾਂ ਸਿਖਾ ਕੇ, ਚੰਗੀਆਂ ਆਦਤਾਂ ਪਾ ਕੇ। ਫਿਰ ਉਹੀ ਗੱਲ ਆਉਂਦੀ ਹੈ, ਮੰਕੀ ਸੀ ਮੰਕੀ ਡੂ। ਬੱਚਿਆਂ ਨੂੰ ਚੰਗਾ ਬਣਾਉਣ ਤੋਂ ਪਹਿਲਾਂ ਸਾਨੂੰ ਆਪਣੇ ਆਪ ਨੂੰ ਵੀ ਸੁਧਾਰਨਾ ਪਏਗਾ, ਸਾਨੂੰ ਆਪਣੇ ਆਪ ਨੂੰ ਵੀ ਇੰਪਰੂਵ ਕਰਨਾ ਪਏਗਾ। ਜੇ ਕਿਤੇ ਕੋਈ ਚੀਜ਼ਾਂ ਸਾਡੇ ਵਿੱਚ ਸੁਧਰਨ ਵਾਲੀਆਂ ਨੇ, ਸਾਨੂੰ ਉਹ ਵੀ ਠੀਕ ਕਰਨੀਆਂ ਪੈਣਗੀਆਂ। ਜੇ ਮੈਂ ਇਹ ਚਾਹੁੰਦੀ ਹਾਂ ਮੇਰਾ ਬੱਚਾ ਪੀਪਲ ਪਲੀਜ਼ਰ ਨਾ ਬਣੇ, ਤਾਂ ਸਭ ਤੋਂ ਪਹਿਲਾਂ ਮੈਨੂੰ ਆਪਣੇ ਆਪ ਦੇ ਵਿੱਚ ਉਹ ਖਾਮੀ ਦੂਰ ਕਰਨੀ ਪਏਗੀ। ਜੇ ਮੈਂ ਇਹ ਚਾਹੁੰਦੀ ਹਾਂ ਮੇਰਾ ਬੱਚਾ ਇਹ ਸਿੱਖੇ ਕਿ ਆਪਣੇ ਆਪ ਨੂੰ ਪ੍ਰਾਇਰਟਾਈਜ਼ ਕਰਨਾ ਹੈ, ਆਪਣੇ ਆਪ ਨੂੰ ਪਹਿਲਾਂ ਰੱਖਣਾ ਹੈ, ਤਾਂ ਮੈਨੂੰ ਵੀ ਉਹ ਕੰਮ ਕਰਨਾ ਪਏਗਾ ਨਾ। ਜੇ ਮੈਂ ਹੀ ਉਹ ਕੰਮ ਨਾ ਕਰਾਂਗੀ ਤਾਂ ਮੇਰਾ ਬੱਚਾ ਉਹ ਗੱਲ ਕਿਵੇਂ ਸਿੱਖੇਗਾ? ਸੋ ਇਹ ਗੱਲ ਤਾਂ ਪਹਿਲੀ ਚੀਜ਼ ਤੇ ਹੈ ਕੌਨਫੀਡੈਂਟ ਬੱਚੇ ਰੇਜ਼ ਕਰਨ ਦੇ ਵਿੱਚ, ਕਿ ਅਸੀਂ ਜੋ ਸਿਖਾਉਣਾ ਚਾਹੁੰਦੇ ਹਾਂ ਆਪਣੇ ਬੱਚਿਆਂ ਨੂੰ, ਉਹ ਕਰਨਾ ਸ਼ੁਰੂ ਕਰੀਏ। ਜੇ ਅਸੀਂ ਆਪਣੇ ਬੱਚਿਆਂ ਨੂੰ ਇਹ ਕਹਿ ਰਹੇ ਹਾਂ ਨਾ, ਬੁਲਿੰਗ ਦੇ ਖਿਲਾਫ ਖੜੇ ਹੋਵੋ, ਉੱਠੋ, ਤੇ ਦੂਜੇ ਹੱਥ ਤੁਸੀਂ ਬੁਲਿੰਗ ਬਰਦਾਸ਼ਤ ਕਰ ਰਹੇ ਹੋ,
ਤੁਸੀਂ ਬੱਚੇ ਨੂੰ ਬਹੁਤ ਜ਼ਿਆਦਾ ਮਿਕਸਡ ਔਰ ਕਨਫਿਊਜ਼ ਮੈਸੇਜ ਦੇ ਰਹੇ ਹੋ। ਉਹਨਾਂ ਨੂੰ ਇਹ ਸਮਝ ਨਹੀਂ ਆਏਗੀ, ਉਹਨਾਂ ਨੂੰ ਇਹ ਸ਼ਾਇਦ ਲੱਗੇ ਕਿ ਘਰ ਦੇ ਬਾਹਰ ਤਾਂ ਬੁਲਿੰਗ ਬਰਦਾਸ਼ਤ ਨਹੀਂ ਕਰਨੀ, ਪਰ ਘਰ ਦੇ ਵਿੱਚ ਓਕੇ ਹੈ। ਤੁਹਾਨੂੰ ਪਤਾ ਬਹੁਤੇ ਜਿਹੜੇ ਅਬਿਊਜ਼ ਦੇ ਕੇਸਿਸ ਨੇ ਬੱਚਿਆਂ ਦੇ ਵਿੱਚ, ਉਹਨਾਂ ਦੇ ਵਿੱਚ ਬਾਹਲੀ ਅਬਿਊਜ਼ ਜਿਹੜੇ ਘਰ ਦੇ ਲੋਕ ਨੇ ਉਹਨਾਂ ਵੱਲੋਂ ਹੋਈ ਹੁੰਦੀ ਹੈ। ਕਿਉਂ? ਕਿਉਂਕਿ ਬੱਚਿਆਂ ਨੂੰ ਇਹ ਪਤਾ ਹੀ ਨਹੀਂ ਹੁੰਦਾ ਕਿ ਜੋ ਚੱਲ ਰਿਹਾ ਉਹ ਅਬਿਊਜ਼ ਹੈ। ਅਸੀਂ ਇਹੋ ਜਿਹੇ ਪੀਪਲ ਪਲੀਜ਼ਰ ਤੇ ਰਿਸਪੈਕਟ ਐਵਰੀਬਾਡੀ ਬੱਚੇ ਕ੍ਰੀਏਟ ਕਰ ਦਿੰਦੇ ਹਾਂ। ਅਸੀਂ ਬੱਚੇ ਬਣਾਉਣੇ ਆ ਇਹੋ ਜਿਹੇ ਕਿ ਉਹ ਹਰ ਪਲ ਹਰ ਡਿਸੀਜਨ ਸੋਚ ਕੇ ਕਰਨ, ਨਾ ਕਿ ਸਿਰਫ ਇਹ ਸੋਚ ਕੇ ਕਿ ਇਹ ਤਾਂ ਇੱਦਾਂ ਹੀ ਹੁੰਦਾ। ਕੋਈ ਉਹਨਾਂ ਨੂੰ ਇਹ ਕਹੇ ਕਿ ਇਹ ਕੰਮ ਇੱਦਾਂ ਹੁੰਦਾ, ਦੇ ਸ਼ੁਡ ਬੀ ਕੁਐਸਚਨਿੰਗ ਇਟ ਕਿ ਕਿਉਂ ਇੱਦਾਂ ਕਰਨਾ, ਪਰਪਸ ਕੀ ਹੈ। ਬੱਚਿਆਂ ਨੂੰ ਇੱਕ ਲਫ਼ਜ਼ ਸਿਖਾਈਏ, ਵਾਈ। Kids need to trust their own capabilities. ਬਿਲਕੁਲ। And if knowing that they can handle it. ਬਿਲਕੁਲ, ਬੱਚਿਆਂ ਨੂੰ ਆਪਣੀ ਕੈਪੇਬਿਲਿਟੀ, ਆਪਣੇ ਆਪ ਤੇ ਇੱਕ ਯਕੀਨ ਚਾਹੀਦਾ। ਕਿੱਥੋਂ ਆਏਗਾ ਯਕੀਨ? ਜਦੋਂ ਨਿੱਕੀਆਂ ਨਿੱਕੀਆਂ ਚੀਜ਼ਾਂ ਦੇ ਵਿੱਚ ਅਸੀਂ ਉਹਨਾਂ ਨੂੰ ਦੱਸਾਂਗੇ ਕਿ ਠੀਕ ਕਰਦੇ ਪਏ ਹੋ। ਉਹ ਕਿੱਦਾਂ ਹੋਏਗਾ? ਜਦੋਂ ਅਸੀਂ ਬੱਚਿਆਂ ਨੂੰ ਉਹਨਾਂ ਦੇ ਕੰਮ ਕਾਰਜ ਆਪਣੇ ਆਪ ਕਰਨ ਦੇਵਾਂਗੇ। ਕੈਪੇਬਿਲਿਟੀ ਬਣਦੀ ਕਿਵੇਂ ਹੈ? ਕੈਪੇਬਿਲਿਟੀ ਬਣਦੀ ਹੈ ਚੀਜ਼ਾਂ ਨੂੰ ਰਿਪੀਟ ਕਰਨਾ। ਜਦੋਂ ਅਸੀਂ ਕੋਈ ਕੰਮ ਬਾਰ-ਬਾਰ ਕਰਦੇ ਹਾਂ, ਜਦੋਂ ਆਪਾਂ 21 days to happiness ਦੀ ਗੱਲ ਕਰਦੇ ਹਾਂ ਕਿ 21 ਦਿਨਾਂ ਦੇ ਵਿੱਚ ਆਪਾਂ ਨਵੀਂ ਆਦਤ ਪਾਉਣੀ ਹੈ। ਕਿਵੇਂ ਪਾਉਣੇ ਆ? ਰਿਪੀਟ ਕਰਕੇ। ਅਸੀਂ ਸੇਮ ਕੰਮ ਰਿਪੀਟ ਕਰਦੇ ਹਾਂ ਬਾਰ-ਬਾਰ, ਆਦਤ ਬਣ ਜਾਂਦੀ ਹੈ, ਰੂਟੀਨ ਬਣ ਜਾਂਦੀ ਹੈ। ਇਵੇਂ ਬੱਚਿਆਂ ਦੇ ਵਿੱਚ, ਬਜਾਏ ਬੱਚਿਆਂ ਨੂੰ ਲਿਟਰਲੀ ਹਰ ਚੀਜ਼ ਪਲੇਟ ਵਿੱਚ ਪਾ ਕੇ ਦੇਣ ਦੇ, ਪਲੈਟਰ ਵਿੱਚ ਪਾ ਕੇ ਸਰਵ ਕਰਨ ਦੇ, ਉਹਨਾਂ ਨੂੰ ਆਪਣੇ ਆਪ ਚੀਜ਼ਾਂ ਕਰਨ ਦਿਓ। ਲੈਟ them figure it out. ਪਿਛਲੇ ਹਫਤੇ ਇੰਸਟਾਗ੍ਰਾਮ ਦੇ ਉੱਪਰ ਮੇਰਾ ਲਾਈਵ ਚੱਲ ਰਿਹਾ ਸੀ ਨਵੀ ਦੇ ਨਾਲ, ਜਿਹੜੇ ਹੈਗੇ ਨੇ ਲਾਈਫ ਕੋਚ, ਔਰ ਉਹ ਟੀਨੇਜਰਸ ਦਾ ਉਹਨਾਂ ਦਾ ਜ਼ਿਆਦਾ ਸਪੈਸ਼ਲਿਟੀ ਹੈ। ਨਵੀ ਦੇ ਨਾਲ ਗੱਲ ਕਰਦੇ ਕਰਦੇ ਇੱਕ ਚੀਜ਼ ਰਿਅਲਾਈਜ਼ ਹੋਈ, ਉਹ ਇਹ ਕਿ ਜਿਹੜੇ ਸਾਡੇ ਬੱਚੇ ਨੇ ਉਹਨਾਂ ਨੂੰ ਅਸੀਂ ਲਿਟਰਲੀ ਉਹਨਾਂ ਨੂੰ ਇੱਕ ਜਿਹੜਾ ਹੁੰਦਾ ਨਾ, ਜਾਂ ਅਸੀਂ ਉਹਨੂੰ ਬੱਚੇ ਕਹਿ ਦਿੰਦੇ ਹਾਂ, ਜਾਂ ਅਸੀਂ ਕਹਿ ਦਿੰਦੇ ਤੁਸੀਂ ਹੁਣ ਵੱਡੇ ਹੋ ਗਏ। ਅਸੀਂ ਉਹਨਾਂ ਨੂੰ ਜਿਹੜਾ ਇੱਕ ਵਿਚਕਾਰਲਾ ਰਸਤਾ ਹੈਗਾ ਜਿੱਥੇ ਅਸੀਂ ਉਹਨੂੰ ਹੈਲਪ ਕਰਦੇ ਹਾਂ ਵੱਡੇ ਹੋਣ ਦੇ ਵਿੱਚ, ਅਸੀਂ ਕਈ ਵਾਰੀ ਉਹ ਰਸਤਾ ਭੁੱਲ ਜਾਂਦੇ ਹਾਂ। ਬੱਚਿਆਂ ਨੂੰ ਆਪਣੀਆਂ ਜਿਹੜੀਆਂ ਕੈਪੇਬਿਲਿਟੀਜ਼ ਨੇ ਉਹਦੇ ਉੱਤੇ ਉਹਨਾਂ ਨੂੰ ਯਕੀਨ ਕਰਨਾ ਪਏਗਾ, ਔਰ ਇਹ ਯਕੀਨ ਸਾਨੂੰ ਉਹਨਾਂ ਨੂੰ ਦਿਵਾਉਣਾ ਪਏਗਾ ਕਿ ਉਹਨਾਂ ਦੇ ਵਿੱਚ ਇਹ ਕੈਪੇਬਿਲਿਟੀ ਹੈਗੀ ਹੈ। ਔਰ ਕੈਪੇਬਿਲਿਟੀਜ਼ ਲੈ ਕੇ ਆਉਣ ਦੇ ਵਾਸਤੇ we have to keep on telling them ਕਿ you're doing it good, ਕਰੋ। ਅਗਰ ਬੱਚਾ ਗਲਤੀ ਕਰ ਰਿਹਾ ਹੈ, let them make a mistake. ਆਪਣੀ ਗਲਤੀ ਤੋਂ ਆਪ ਸਿੱਖ ਰਹੇਗਾ। ਅੱਜ ਤਾਂ ਤੁਸੀਂ ਕੋਲ ਖੜੇ ਹੋ ਹੈਲਪ ਕਰਨ ਦੇ ਵਾਸਤੇ, ਕੱਲ ਨੂੰ ਇਹ ਬੱਚਾ ਜਦੋਂ ਘਰ ਦੇ ਬਾਹਰ ਹੋਏਗਾ, ਸਕੂਲ ਦੇ ਵਿੱਚ ਹੋਏਗਾ, ਪਲੇਗਰਾਊਂਡ ਦੇ ਵਿੱਚ ਹੋਏਗਾ, ਉਹਦੀਆਂ ਪ੍ਰੋਬਲਮ ਸੋਲਵ ਕਰਨ ਕਿੰਨੇ ਆਉਣਾ ਹੈ? ਉਹਦੇ ਦਿਮਾਗ ਨੇ, ਉਹਦੀ ਸੋਝੀ ਨੇ। ਕਿੱਥੋਂ ਆਏਗੀ ਇਹ ਸੋਝੀ? ਜੇ ਹਰ ਵੇਲੇ ਮੈਂ ਆਪਦੇ ਬੱਚੇ ਨੂੰ ਆਪੇ ਹੀ ਹਰ ਪ੍ਰੋਬਲਮ ਦਾ ਹੱਲ ਕਰਕੇ ਦੇ ਦਿੱਤਾ, ਤਾਂ ਕੱਲ ਨੂੰ ਉਹਨੇ ਆਪਦੀ ਪ੍ਰੋਬਲਮ ਆਪ ਕਿੱਥੋਂ ਸੋਲਵ ਕਰਨੀ ਹੈ? ਇਨ ਦੈਟ ਕੇਸ ਜਿਹੜਾ ਉਹ ਬੱਚਾ ਆ ਜਿਹੜੇ ਕੋਲੋਂ ਚੀਜ਼ਾਂ ਫਿਗਰ ਆਊਟ ਨਹੀਂ ਹੋ ਰਹੀਆਂ, ਕੀ ਇਹ ਉਹਦੀ ਗਲਤੀ ਹੈ? ਨਾ। ਉਸ ਥਾਂ ਦੇ ਉੱਤੇ ਐਜ਼ ਅ ਪੇਰੈਂਟ ਅਸੀਂ ਫੇਲ ਹੋਏ ਹੁੰਦੇ ਹਾਂ। ਅਸੀਂ ਉਹਨਾਂ ਨੂੰ, ਬੱਚਿਆਂ ਨੂੰ ਫੇਲ ਕਰ ਦਿੱਤਾ ਹੁੰਦਾ। ਕਿਉਂ? ਉਹ ਸਾਡੇ ਵੱਲ ਦੇਖ ਰਹੇ ਨੇ ਜ਼ਿੰਦਗੀ ਦੇ ਵਿੱਚ ਅੱਗੇ ਵਧਣ ਦੇ ਲਈ, ਸਿੱਖਣ ਦੇ ਲਈ, ਪਰ ਅਸੀਂ ਕਿਤੇ ਨਾ ਕਿਤੇ ਆਪਣੇ ਵਤੀਰੇ ਦੇ ਵਿੱਚ ਜਿਹੜੀਆਂ ਚੀਜ਼ਾਂ ਅਸੀਂ ਸਿਖਾਉਣਾ ਚਾਹੁੰਦੇ ਹਾਂ, ਕਿਉਂਕਿ ਸਾਡੇ ਵਿੱਚ ਹੈ ਨਹੀਂ ਗੀਆਂ, ਤਾਂ ਉਹ ਸਿੱਖ ਨਹੀਂ ਰਹੇ। ਫਿਰ ਅਸੀਂ ਫਰਸਟ੍ਰੇਟ ਹੋ ਜਾਂਦੇ ਹਾਂ। Do we get it? ਬੱਚਿਆਂ ਦੇ ਵੱਲ ਧਿਆਨ, ਬੈਲੈਂਸ ਧਿਆਨ ਬਹੁਤ ਜ਼ਿਆਦਾ ਜ਼ਰੂਰੀ ਹੈ। ਜਦੋਂ ਮੈਂ ਬੈਲੈਂਸ ਧਿਆਨ ਕਹਿ ਰਹੀ ਹਾਂ, ਬੈਲੈਂਸਡ ਧਿਆਨ ਦਾ ਮਤਲਬ ਹੈ ਕਿ ਬੱਚਿਆਂ ਨੂੰ ਉਹਨਾਂ ਦੇ ਉੱਤੇ ਵੀ ਛੱਡਣਾ ਤਾਂ ਕਿ ਉਹਨਾਂ ਕੋਲ ਫਰੀਡਮ ਵੀ ਹੋਵੇ, ਤੇ ਬੱਚਿਆਂ ਨੂੰ ਅਸੀਂ ਗਾਈਡ ਵੀ ਕਰਨਾ ਹੈ। ਅਸੀਂ ਐਜ਼ ਪੇਰੈਂਟਸ, ਮੈਂਟਰਸ, ਟੀਚਰਸ, ਜਾਂ ਕੋਈ ਵੀ ਰਿਸ਼ਤਾ ਕਹਿ ਲਓ, ਭੂਆ, ਮਾਸੀ,
ਸਾਡੀ ਇਹ ਜ਼ਿੰਮੇਵਾਰੀ ਹੈ ਕਿ ਅਸੀਂ ਆਉਂਦੀ ਪੀੜ੍ਹੀ ਨੂੰ ਸਹੀ ਰਸਤੇ ਪਾਈਏ, ਸਹੀ ਗੱਲਾਂ ਸਿਖਾਈਏ। ਔਰ ਜਦੋਂ ਅਸੀਂ ਸਾਰੇ ਰਲ ਕੇ ਇਹ ਕੰਮ ਕਰਦੇ ਹਾਂ, ਉਦੋਂ ਜਿਹੜੇ ਬੱਚੇ ਨੇ ਉਹਨਾਂ ਨੂੰ ਆਪਣੀਆਂ ਕੈਪੇਬਿਲਿਟੀਜ਼ ਦੇ ਉੱਪਰ ਟਰਸਟ ਹੁੰਦਾ ਹੈ। ਉਦੋਂ ਫਿਰ ਉਹਨਾਂ ਨੂੰ ਪਤਾ ਹੁੰਦਾ ਕਿ ਹਾਂ, ਡਜ਼ਨਟ ਮੈਟਰ ਮੈਂ ਰਾਈਟ ਨਾਓ ਫੇਲ ਆ ਜਾਂ ਪਾਸ ਆ, ਪਰ ਮੇਰੇ ਕੋਲ ਇਹ ਖੂਬੀ ਹੈਗੀ, ਮੇਰੇ ਕੋਲ ਇਹ ਗੁਣ ਹੈਗਾ ਹੈ, ਮੈਂ ਇਹ ਕੰਮ ਕਰ ਸਕਦਾ ਜਾਂ ਕਰ ਸਕਦੀ ਹਾਂ। ਇਹ ਸਭ ਚੀਜ਼ਾਂ ਬੜੀਆਂ ਆਪਸ ਦੇ ਵਿੱਚ ਰਲੀਆਂ ਮਿਲੀਆਂ ਹੋਈਆਂ ਨੇ। ਸਾਨੂੰ ਇਹ ਬਹੁਤ ਧਿਆਨ ਰੱਖਣਾ ਪਏਗਾ ਕਿ ਜਿਹੜੇ ਸਾਡੇ ਬੱਚੇ ਨੇ ਦੇ ਆਰ ਆਲਵੇਜ਼ ਵਾਚਿੰਗ ਅਸ। ਪੁਰਾਣੇ ਸਮਿਆਂ ਦੇ ਵਿੱਚ ਤਾਂ ਬੜੀ ਇੱਕ ਨਾ ਸੌਖੀ ਜਿਹੀ ਗੱਲ ਸੀ। ਕਹਿੰਦੇ ਹੁੰਦੇ ਆ ਕਿ ਇਟ ਟੇਕਸ ਅ ਵਿਲੇਜ ਟੂ ਰੇਜ਼ ਅ ਕਿਡ, ਕਿ ਇੱਕ ਬੱਚੇ ਨੂੰ ਵੱਡਾ ਕਰਨ 'ਚ ਪੂਰਾ ਪਿੰਡ ਲੱਗ ਜਾਂਦਾ ਹੈ। ਕਦੇ ਸੋਚਿਆ? ਆਪਾਂ ਜਦੋਂ ਗੱਲ ਕਰਦੇ ਹੁੰਦੇ ਆ ਕਦੇ ਕਦੇ ਪੁਰਾਣੇ ਪੰਜਾਬ ਦੀ, ਉਦੋਂ ਆਪਾਂ ਸੋਚਦੇ ਹਾਂ ਕਿ ਯੂ ਨੋ ਵਟ, ਪੁਰਾਣਾ ਪੰਜਾਬ ਵਧੀਆ ਸੀ। ਗੁਆਂਢੀ ਸੀ, ਮਾਸੀਆਂ ਸੀ, ਚਾਚੀਆਂ ਸੀ, ਸਾਰੇ ਆਲੇ ਦੁਆਲੇ ਹੁੰਦੇ ਸੀ, ਚਾਚੇ ਤਾਏ। ਅਗਰ ਬੱਚੇ ਦੇ ਕੋਲ ਉਹਦਾ ਬਾਪ ਸਾਹਮਣੇ ਹਰ ਵੇਲੇ ਨਹੀਂ ਹੈਗਾ ਤਾਂ ਆਪਣੇ ਤਾਏ ਜਾਂ ਚਾਚੇ ਨੂੰ ਦੇਖ ਕੇ ਉਹਦੀ ਮੈਂਟਰਿੰਗ ਹੁੰਦੀ ਸੀ। ਉਹਨਾਂ ਨੂੰ ਪਤਾ ਸੀ ਕਿਹੋ ਜਿਹਾ ਕੰਮ ਕਰਨਾ ਹੈ, ਕੀ ਕਰਨਾ ਜ਼ਿੰਦਗੀ ਵਿੱਚ, ਕੀ ਨਹੀਂ ਕਰਨਾ। ਕਿਉਂ? ਸਾਰਾ ਜਿਹੜਾ ਵਿਹੜਾ ਹੈ ਉਹ ਇਕੱਠਾ ਹੈ। ਉਦੋਂ ਇਟ ਟੇਕਸ ਅ ਵਿਲੇਜ ਟੂ ਰੇਜ਼ ਅ ਕਿਡ, ਇਹ ਬਿਲਕੁਲ ਸਹੀ ਸੀ। ਔਰ ਉਹਨਾਂ ਕੋਲ ਉਦੋਂ ਹੈਲਪ ਸੀਗੀ ਵੀ। ਅੱਜ ਦੇ ਸਮੇਂ ਦੇ ਵਿੱਚ ਜਦੋਂ ਟੱਬਰ ਨਿਊਕਲੀਅਰਸ ਨੇ, ਈਵਨ ਇੰਡੀਆ ਦੇ ਵਿੱਚ ਜਿਹੜੇ ਘਰ ਨੇ ਉਹਨਾਂ ਦੇ ਵਿੱਚ ਹੁਣ ਜਿਹੜੇ ਗ੍ਰੈਂਡ ਪੇਰੈਂਟਸ ਨੇ ਬਹੁਤ ਘੱਟ ਨੇ। ਚਾਚੇ ਚਾਚੀਆਂ, ਤਾਏ ਤਾਈਆਂ, ਇਹ ਤਾਂ ਹੁਣ ਬਹੁਤ ਦੂਰ ਦੀ ਗੱਲ ਹੋ ਜਾਂਦੀ ਹੈ। ਕਿਉਂ? ਹਰ ਇੱਕ ਕੋਈ ਆਪਣੇ ਇੰਡੀਪੈਂਡੈਂਟ ਹੋ ਚੁੱਕੇ ਨੇ। ਕੋਈ ਟਾਈਮ ਸੀ ਪਰਿਵਾਰ ਇਕੱਠਾ ਸੀ, ਕਿਉਂ? ਖੇਤੀਬਾੜੀ ਹੋਈ ਸੀ। ਹੁਣ ਜ਼ਮੀਨਾਂ ਘਟ ਗਈਆਂ, ਲੋਕ ਅੱਗੇ ਨੂੰ ਸ਼ਹਿਰਾਂ ਨੂੰ ਤੁਰ ਪਏ। ਕੋਈ ਕੈਨੇਡਾ ਆ ਗਿਆ, ਕੋਈ ਅਮਰੀਕਾ, ਕੋਈ US, ਕੋਈ ਕਿਤੇ ਨਾ ਕੋਈ ਕਿਤੇ। ਹਾਂ, ਇੱਥੇ ਆ ਕੇ ਅਸੀਂ ਫਿਰ ਵੀ ਜ਼ਿਆਦਾ ਇਕੱਠੇ ਹੋ ਜਾਂਦੇ ਹਾਂ। ਕਿਉਂ? ਅਸੀਂ ਬਗਾਨੇ ਮੁਲਕ ਦੇ ਵਿੱਚ ਆ। ਇੱਥੇ ਆ ਕੇ ਅਸੀਂ ਰੀਅਲਾਈਜ਼ ਕਰਦੇ ਹਾਂ ਕਿ ਹਾਂ, ਇਟ ਟੇਕਸ ਦ ਹੋਲ ਵਿਲੇਜ ਟੂ ਰੇਜ਼ ਦ ਕਿਡ, ਬਿਕਾਜ਼ ਵੀ ਹੈਵ ਸੀਨ ਦੈਟ। ਅਸੀਂ ਇੱਕ ਪੀੜ੍ਹੀ ਵਿੱਚ ਦੇਖ ਚੁੱਕੇ ਹਾਂ ਕਿ ਅਗਰ ਇਹਨਾਂ ਨੂੰ ਆਪਣੀ ਜੜ੍ਹਾਂ ਦੇ ਨਾਲ ਨਾ ਜੋੜਿਆ, ਅਗਰ ਇਹਨਾਂ ਨੂੰ ਧਰਮ ਦੇ ਨਾਲ ਨਾ ਜੋੜੇ ਰੱਖਿਆ, ਤਾਂ ਫਿਰ ਇਹ ਬਿਲਕੁਲ ਹੀ ਬੇਮੁਹਾਰੇ ਹੋ ਜਾਣਗੇ। ਆਫ ਕੋਰਸ, ਜਦੋਂ ਕਿਸੇ ਨੂੰ ਪਤਾ ਹੀ ਨਹੀਂ ਮੇਰੀ ਜੜ ਕਿੱਥੇ ਹੈ, ਜੜ ਲਾਊ ਕਿੱਥੇ, ਫਿਰ ਤਾਂ ਰਤਾ ਹਵਾ ਆਈ ਨਹੀਂ, ਨਾਲ ਹੀ ਉੱਡੇ ਨਹੀਂ। ਇੱਕ ਵਧੀਆ ਜਨਰੇਸ਼ਨ ਸ਼ੁਰੂ ਕਰਨ ਦੇ ਵਾਸਤੇ ਉਹਨਾਂ ਦੀਆਂ ਜੜ੍ਹਾਂ ਲੱਗੀਆਂ ਹੋਣੀਆਂ ਬਹੁਤ ਜ਼ਰੂਰੀ ਹੈ। ਇਹ ਜੜ੍ਹਾਂ ਕਿੰਨੇ ਲਾਉਣੀਆਂ, ਇਹ ਸਾਡੀ ਜ਼ਿੰਮੇਵਾਰੀ ਹੈ। ਕਿਵੇਂ ਲਾਉਣੀ ਹੈ, ਇਹ ਗੱਲਾਂ ਆਪਾਂ ਰਾਈਟ ਨਾਓ ਕਰਦੇ ਪਏ ਹਾਂ। ਇਹਨਾਂ ਜੜ੍ਹਾਂ ਲਾਉਣ ਦੇ ਨਾਲ ਹੀ ਸਾਡੇ ਬੱਚਿਆਂ ਦੇ ਵਿੱਚ ਉਹ ਕੌਨਫੀਡੈਂਸ, ਕੈਪੇਬਿਲਿਟੀਜ਼, ਸਭ ਕੁਝ ਆਉਂਦਾ ਆ। ਜਿਵੇਂ ਮੈਂ ਥੋੜੀ ਦੇਰ ਪਹਿਲਾਂ ਗੱਲ ਕਰਦੀ ਪਈ ਸੀ ਕਿ ਮੰਕੀ ਸੀ ਮੰਕੀ ਡੂ, ਕਿ ਜੇ ਬਾਂਦਰ ਦਾ ਬੱਚਾ ਜਾਂ ਬਾਂਦਰ ਜੋ ਦੇਖਦਾ ਉਹ ਕਰਦਾ ਹੈ, ਬਿਲਕੁਲ ਉਵੇਂ ਹੀ ਜਿਹੜਾ ਇਨਸਾਨ ਦਾ ਬੱਚਾ ਹੈ ਨਾ, ਜਦੋਂ ਛੋਟਾ ਹੁੰਦਾ ਉਹ ਜੋ ਦੇਖ ਰਿਹਾ ਉਹ ਸਿੱਖ ਰਿਹਾ। ਤੁਹਾਡੇ ਵਿੱਚੋਂ ਜਿਨ੍ਹਾਂ ਨੇ ਜਿਹੜੇ ਹਾਲੇ ਵੀ ਪਿੰਡਾਂ ਵਿੱਚ ਰਹਿ ਰਹੇ ਆ ਜਾਂ ਪਿੰਡਾਂ ਵਿੱਚ ਵੱਡੇ ਹੋਏ ਨੇ, ਤੁਸੀਂ ਦੇਖਿਆ ਹੋਣਾ ਕਿ ਜਦੋਂ ਆਪਣਾ ਪਿੰਡ ਦੇ ਵਿੱਚ ਪੱਠੇ ਲੈਣ ਜਾਂਦੇ ਆ, ਜਿਹੜੇ ਗੱਡੇ ਤੇ ਪੱਠੇ ਲੈਣ ਜਾਂਦੇ ਆ, ਉਸ ਗੱਡੇ ਦੇ ਨਾਲ ਉਹਨਾਂ ਨੇ ਉਹ ਕੱਟੜਾ ਵੀ ਬੰਨਿਆ ਹੁੰਦਾ ਜਿਹਨੂੰ ਲੇਟਰ ਔਨ ਉਹਨਾਂ ਨੇ ਉਸ ਗੱਡੇ ਨਾਲ ਯੂਜ਼ ਕਰਨਾ। ਕਿਉਂ? ਤਾਂ ਕਿ ਉਹਨੂੰ ਵੀ ਉਸ ਵਾਹਨ ਦਾ ਪਤਾ ਹੋਵੇ ਕਿ ਉਹਨੇ ਕਿੱਧਰ ਨੂੰ ਜਾਣਾ, ਕੀ ਕਰਨਾ, ਕਿਹੋ ਜਿਹੀ ਸਪੀਡ ਨਾਲ ਤੁਰਨਾ। ਇਹ ਸਾਡੀ ਪੁਰਾਣੀ ਜਨਰੇਸ਼ਨ ਸੀ। ਸਾਡੇ ਬਜ਼ੁਰਗ ਇਵੇਂ ਸਭ ਨੂੰ ਰੀਡਾਇਰੈਕਟ ਕਰਦੇ ਸੀ, ਸਿਖਾਉਂਦੇ ਸੀ। ਜੇ ਉਹ ਇਹ ਸਾਰਾ ਕੁਝ ਸਿਖਾ ਰਹੇ ਸੀ ਤਾਂ ਫਿਰ ਅਸੀਂ ਕਿੱਥੇ ਗੁਆਚ ਗਏ? ਪਤਾ ਕਿੱਥੇ? ਇੰਟਰਜਨਰੇਸ਼ਨਲ ਟਰਾਮਾਸ ਦੇ ਵਿੱਚ। 47 ਦੀ ਵੰਡ, 47 ਦੀ ਵੰਡ ਦੀ ਮੈਂ ਅੱਜ ਗੱਲ ਤਾਂ ਕਰ ਰਹੀ ਹਾਂ ਕਿਉਂਕਿ ਆ 14-15 ਵਾਲਾ ਟਾਈਮ, ਇਹ 47 ਦੀ ਵੰਡ ਦਾ ਟਾਈਮ ਹੈ। ਮੈਨੂੰ ਇਹ ਭਾਰਤ ਆਜ਼ਾਦ ਕਦੇ ਵੀ ਨਹੀਂ ਲੱਗਦਾ। ਮੈਨੂੰ ਤਾਂ ਸਿਰਫ ਪੰਜਾਬ ਦਫਾੜ ਹੋਇਆ ਦਿਸਦਾ ਹੁੰਦਾ। ਨਾ ਪੰਜਾਬ ਦਫਾੜ ਹੁੰਦਾ, ਨਾ ਲੋਕੀ ਸ਼ਰਨਾਰਥੀਆਂ ਵਾਂਗੂ ਆਪਣੀ ਜ਼ਮੀਨ ਤੇ ਆ ਕੇ ਇੱਦਾਂ ਉਜੜੇ ਬੈਠੇ ਹੁੰਦੇ। ਪੀੜ੍ਹੀਆਂ ਦਰ ਪੀੜ੍ਹੀਆਂ ਲੱਗ ਗਈਆਂ ਸਿਰਫ ਤੇ ਸਿਰਫ ਆਪਣੇ ਪੈਰ ਟਿਕਾਉਂਦੇ ਆ। ਜਿਹੜੀ ਜਨਰੇਸ਼ਨ, ਜਿਹੜੇ ਟੱਬਰ ਸਿਰਫ ਆਪਦੇ ਪੈਰ ਹੀ ਟਿਕਾਉਂਦੇ ਰਹਿ ਗਏ,
ਉਹ ਆਪਣੇ ਬੱਚਿਆਂ ਨੂੰ ਕਿੱਥੋਂ ਕੁਝ ਸਿਖਾਉਣਗੇ? ਬੱਚਿਆਂ ਨੂੰ ਕੁਝ ਸਿਖਾਉਣ ਵਾਸਤੇ ਪਹਿਲਾਂ ਅਸੀਂ ਸੇਫ ਐਂਡ ਸਾਊਂਡ ਹੋਣੇ ਚਾਹੀਦੇ ਹਾਂ। ਘਰ ਦੇ ਉੱਤੇ ਛੱਤ ਹੋਊਗੀ, ਰੋਟੀ ਹੋਊਗੀ, ਤਾਂ ਹੀ ਅਸੀਂ ਕੁਝ ਹੋਰ ਗੱਲਾਂ ਕਰ ਸਕਦੇ ਹਾਂ। ਠੀਕ ਹੈ ਨਾ? ਸੋ ਸਾਡੇ ਵਿੱਚ ਜਿਹੜੀ ਇੱਕ ਬਹੁਤ ਜਿਹੜੀ ਵੱਡੀ ਕਮੀ ਰਹਿ ਗਈ, ਉਹ ਕਮੀ ਸੀ ਆਸ-ਪਾਸ ਦੇ ਹਾਲਾਤਾਂ ਦੇ ਕਰਕੇ। ਸਾਡੇ ਜਿਹੜੇ ਪੰਜਾਬੀ ਨੇ ਜਿਹੜੀਆਂ ਚੀਜ਼ਾਂ ਉਹ ਮਿਸ ਕਰ ਗਏ। ਇੰਨਾ ਪ੍ਰਫੁੱਲਤ ਸਾਡਾ ਪੰਜਾਬ ਜਾਂ ਸਾਡਾ ਭਾਰਤ ਸੀ। ਜੇ ਮੈਂ ਸਾਰੇ ਭਾਰਤ ਦੀ ਗੱਲ ਨਾ ਵੀ ਕਰਾਂ, ਸਿਰਫ ਪੰਜਾਬ ਦੀ ਗੱਲ ਕਰਾਂ, ਕਿੰਨਾ ਪ੍ਰਫੁੱਲਤ ਸੀ, ਕਿੰਨਾ ਕੁਝ ਸੀ ਇੱਥੇ, ਔਰ ਕਿੰਨਾ ਵੱਡਾ ਸੀ। ਪਹਿਲਾਂ ਵੰਡ ਕੀਤੀ ਸਿਰਫ ਇਸ ਵਾਸਤੇ ਕਿ ਪੰਜਾਬ ਦੁਫਾੜ ਹੋ ਜਾਵੇ, ਤਾਂ ਕਿ ਲੋਕੀ ਆਪਸ 'ਚ ਇਕੱਠੇ ਨਾ ਹੋਣ। ਜੇ 1700s ਦੇ ਵਿੱਚ ਮੁਗਲਾਂ ਨੇ ਸਿੱਖਾਂ ਦੇ ਉੱਤੇ ਇਸ ਵਾਸਤੇ ਇਨਾਮ ਰੱਖੇ ਹੋਏ ਸੀ ਕਿ ਜਿਹੜੇ ਸਿੱਖ ਸੀ ਦੇ ਵਰ ਦਾ ਓਨਲੀ ਵਨਸ ਜਿਨ੍ਹਾਂ ਦੇ ਕੋਲੋਂ ਉਹਨਾਂ ਨੂੰ ਡਰ ਲੱਗਦਾ ਸੀ, ਜਿਹੜੇ ਉਹਨਾਂ ਦੇ ਖਿਲਾਫ ਖੜੇ ਹੋ ਸਕਦੇ ਸੀ, ਤਾਂ ਜਦੋਂ ਭਾਰਤ ਦੀ ਵੰਡ ਹੋਣ ਲੱਗੀ ਨਾ, ਤਾਂ ਇਹਨਾਂ ਲੋਕਾਂ ਨੂੰ ਪਤਾ ਸੀ ਕਿ ਜੇ ਕੋਈ ਪ੍ਰੋਬਲਮ ਕ੍ਰੀਏਟ ਕਰੂਗਾ ਤਾਂ ਉਹ ਪੰਜਾਬੀ ਨੇ, ਇਕੱਲਾ ਸਿੱਖ ਨਹੀਂ, ਪੰਜਾਬੀ। ਕਿਉਂ? ਕਿਉਂਕਿ ਹੁਣ ਤਾਂ ਹੀ ਪੰਜਾਬ ਦੇ ਘਰਾਂ ਦੇ ਵਿੱਚ ਡਜ਼ਨਟ ਮੈਟਰ ਉਹ ਸਿਰਫ ਸਿੱਖ ਟੱਬਰ ਸੀ, ਸਗੋਂ ਹਿੰਦੂ ਘਰਾਂ ਦੇ ਵਿੱਚ ਵੀ ਜਿਹੜਾ ਪਹਿਲਾ ਮੁੰਡਾ ਸੀ, ਵੱਡਾ ਮੁੰਡਾ, ਉਹ ਹਮੇਸ਼ਾ ਸਰਦਾਰ ਹੁੰਦਾ ਸੀ। ਨਾਮ ਭਾਵੇਂ ਉਹਦਾ ਜੋ ਮਰਜ਼ੀ ਹੋਵੇ, ਪਰ ਉਹ ਸਾਬਤ ਸੂਰਤ ਸਿੱਖ ਸੀ, ਸਹਿਜਧਾਰੀ ਸਿੱਖ ਸੀ। ਇਹ ਸਾਡਾ ਪੰਜਾਬ ਸੀ। ਇਹੋ ਜਿਹੇ ਪੰਜਾਬ ਦੇ ਕੋਲੋਂ ਜਿਹੜੇ ਉਹ ਲੀਡਰ ਸੀ ਡਰਦੇ ਸੀ। ਕਿਉਂ? ਕਿਉਂਕਿ ਅਸੀਂ ਇਕੱਠੇ ਸੀ। ਸਾਨੂੰ ਅਜਿਹਾ ਤੋੜਿਆ ਕਿ ਅਸੀਂ ਅੱਜ ਤਾਈਂ ਆਪਦੇ ਪੈਰਾਂ ਸਿਰ ਨਹੀਂ ਆ ਸਕੇ। ਅਸੀਂ ਅੱਜ ਤਾਈਂ ਆਪਦੀਆਂ ਆਉਂਦੀਆਂ ਜਨਰੇਸ਼ਨਸ ਨੂੰ ਕਿਸੇ ਸਹੀ ਰਾਹ ਨਹੀਂ ਪਾ ਸਕੇ। ਹੁਣ ਸਾਡੀ ਹੁਣ ਦੀ ਜਨਰੇਸ਼ਨ, ਜਿਹੜੀ ਹੁਣ ਦੇ ਆਉਂਦੇ ਬੱਚੇ ਨੇ, ਉਹਨਾਂ ਨੂੰ ਅਸੀਂ ਹੁਣ ਕਿਵੇਂ ਸਹੀ ਰਾਹ ਪਾਈਏ? ਕਿਉਂਕਿ ਜੋ ਗੁਆਚ ਗਿਆ, ਜੋ ਪਿੱਛੇ ਲੰਘ ਗਿਆ, ਉਹ ਤਾਂ ਪਿੱਛੇ ਲੰਘ ਗਿਆ। ਸਤਿ ਸ਼੍ਰੀ ਅਕਾਲ ਬਲਰਾਜ ਸਿੰਘ ਜੀ, ਸਤਿ ਸ਼੍ਰੀ ਅਕਾਲ ਅਮਰਵੀਰ, ਥੈਂਕਸ ਫॉर ਵਾਚਿੰਗ। ਸੋ ਅਸੀਂ ਆਉਂਦੀ ਜਨਰੇਸ਼ਨ ਨੂੰ ਸਹੀ ਰਾਹ ਤੇ ਕਿਵੇਂ ਪਾਉਣਾ ਹੈ? ਦੈਟਸ ਆਰ ਮੇਨ ਕੁਐਸਚਨ ਨਾਓ। ਅਸੀਂ ਉਹਨਾਂ ਨੂੰ ਸਹੀ ਰਾਹ ਤੇ ਪਾਉਣਾ ਆ, ਸਹੀ ਤਰੀਕੇ ਨਾਲ ਆਪ ਸਿੱਖ ਕੇ, ਆਪਣੇ ਆਪ ਨੂੰ ਬਿਹਤਰ ਬਣਾ ਕੇ। ਸੋ ਇੱਕ ਚੀਜ਼ ਤਾਂ ਹੋ ਗਈ ਕਿ ਜੋ ਅਸੀਂ ਸਿਖਾਉਣਾ ਹੈ ਉਹ ਆਪ ਕਰਦੇ ਹੋਈਏ। ਦੂਜੀ ਚੀਜ਼ ਇਹ ਹੋ ਗਈ ਕਿ ਅਗਰ ਤੁਹਾਡੇ ਕੋਈ ਭਾਣਜੇ ਭਾਣਜੀਆਂ, ਭਤੀਜੇ ਭਤੀਜੀਆਂ ਨੇ, ਤਾਂ ਉਸ ਵੇਲੇ ਤੁਹਾਡਾ ਵੀ ਪੂਰਾ ਜਿਹੜੀ ਹੈਗੀ ਨਾ ਰਿਸਪੌਂਸਿਬਿਲਿਟੀ ਬਣਦੀ ਹੈ ਕਿ ਤੁਸੀਂ ਉਹਨਾਂ ਨੂੰ ਸਹੀ ਤਰੀਕੇ ਨਾਲ ਗਾਈਡ ਕਰੋ। ਜਿਹੜੀ ਇਹ ਕਹਾਵਤ ਹੈ ਨਾ ਕਿ ਲੋਕੀ ਦੂਜੇ ਦੇ ਬੱਚੇ ਨੂੰ ਮਾੜੀ ਮੱਤ ਦਿੰਦੇ ਆ, ਇਹ ਚੀਜ਼ ਹੁਣ ਬੰਦ ਹੋਣੀ ਚਾਹੀਦੀ ਹੈ। ਬੱਚੇ ਸਭ ਦੇ ਸਾਂਝੇ ਹੁੰਦੇ ਆ। ਇਸ ਵਾਸਤੇ ਅਗਰ ਅਸੀਂ ਕਿਸੇ ਦੇ ਬੱਚੇ ਨੂੰ ਕੋਈ ਗਲਤੀ ਕਰਦੇ ਦੇਖੀਏ, ਤਾਂ ਸਾਨੂੰ ਉਹਨਾਂ ਨੂੰ ਸਹੀ ਰਾਹ ਵੱਲ ਨੂੰ ਲਾਉਣਾ, ਟੋਕਣਾ ਕਿ ਨੋ, ਦੈਟਸ ਨਾਟ ਰਾਈਟ, ਦੈਟਸ ਆਲ ਯੂ ਹੈਵ ਟੂ ਸੇ, ਦੈਟਸ ਨਾਟ ਰਾਈਟ। ਔਰ ਉਹ ਬੱਚਾ ਨੈਕਸਟ ਟਾਈਮ ਅਜਿਹੀ ਗਲਤੀ ਕਰਨ ਲੱਗਿਆ, ਉਹਨੂੰ 100% ਤੁਹਾਡੇ ਉਹ ਕਹੇ ਹੋਏ ਬੋਲ ਯਾਦ ਰਹਿਣਗੇ। ਸੋ ਤੁਸੀਂ ਕਿਸੇ ਨੂੰ ਸੇਮ ਗਲਤੀ ਰਿਪੀਟ ਕਰਨ ਤੋਂ ਬਚਾ ਲਿਆ। ਇਹ ਸਾਡੀ ਜ਼ਿੰਮੇਵਾਰੀ ਹੈ ਇਨਸਾਨ ਹੋਣ ਦੇ ਨਾਤੇ। ਕਿਉਂ? ਸਾਡੇ ਕੋਲ ਸੋਝੀ ਹੈ। ਸੋ ਜੇ ਅਸੀਂ ਆਪਣੀ ਆਉਂਦੀ ਜਨਰੇਸ਼ਨ ਨੂੰ ਵਧੀਆ ਬਣਾਉਣਾ, ਸਮਾਰਟ ਬਣਾਉਣਾ, ਤਾਂ ਸਾਨੂੰ ਅਵੇਅਰ ਹੋਣਾ ਪਏਗਾ। ਅਸੀਂ ਫਿਰ ਸੁੱਤੇ ਸਿਰਫ ਟੀਵੀ ਦੇਖਦੇ ਟਾਈਮ ਨਹੀਂ ਲਗਾ ਸਕਦੇ। ਫਿਰ ਸਾਨੂੰ ਵੀ ਹੈਵ ਟੂ ਪੇ ਅਟੈਂਸ਼ਨ, ਕੀ ਚੱਲਦਾ ਪਿਆ। ਮਾਈਕਰੋ ਮੈਨੇਜ ਕਰਨ ਵਾਸਤੇ ਨਹੀਂ, ਇਸ ਵਾਸਤੇ ਨਹੀਂ ਕਿ ਓਕੇ ਹੁਣ ਉੱਠ ਜਾਓ, ਹੁਣ ਬੈਠ ਜਾਓ, ਹੈ ਨਾ, ਹੁਣ ਪਾਣੀ ਦੇ ਦਿਓ, ਹੁਣ ਸੌਂ ਜਾਓ, ਹੁਣ ਟੀਵੀ ਦੇਖੋ, ਹੁਣ ਨਹੀਂ। ਨਾ, ਇਹ ਚੀਜ਼ਾਂ ਬੱਚੇ ਨੂੰ ਪਤਾ ਹੋਣੀਆਂ ਚਾਹੀਦੀਆਂ। ਇਹ ਚੀਜ਼ਾਂ ਅਸੀਂ ਸਿਖਾਉਣੀਆਂ ਨੇ ਤਾਂ ਕਿ ਇਹ ਡਿਸੀਜਨਸ ਉਹ ਖੁਦ ਕਰਨ ਵਧੀਆ ਤਰੀਕੇ ਨਾਲ। ਟੀਵੀ ਦੀ ਗੱਲ ਕਰਦੇ ਹਾਂ, ਅਗਰ ਅਸੀਂ ਬੱਚਿਆਂ ਨੂੰ ਵਧੀਆ ਤਰੀਕੇ ਨਾਲ ਰੇਜ਼ ਕਰਨਾ ਤਾਂ ਉਹਨਾਂ ਨੂੰ ਪੜ੍ਹਨ ਦੀ ਆਦਤ ਵੀ ਹੋਣੀ ਚਾਹੀਦੀ ਹੈ, ਕਿਤਾਬਾਂ ਪੜ੍ਹਨ ਦੀ। 2 ਫਾਇਦੇ ਹੈ। ਨੰਬਰ 1, ਜਾਣਕਾਰੀ ਵਿੱਚ ਵਾਧਾ, ਵੋਕੈਬਲਰੀ 'ਚ ਵਾਧਾ। ਐਕਚੁਅਲੀ 2 ਫਾਇਦੇ ਤਾਂ ਇੱਥੇ ਹੋ ਗਏ। ਤੀਜਾ, ਉਹਨਾਂ ਨੂੰ ਟਿਕ ਕੇ ਬੈਠਣਾ ਆਉਂਦਾ ਹੈ। ਇਹ ਹੋ ਗਿਆ ਤੀਜਾ। ਚੌਥਾ ਫਾਇਦਾ, ਇਮੈਜੀਨੇਸ਼ਨ। ਅਸੀਂ ਉਹਨਾਂ ਦੀ ਇਮੈਜੀਨੇਸ਼ਨ ਨੂੰ ਖੰਭ ਦਿੰਦੇ ਹਾਂ।
ਜਦੋਂ ਅਸੀਂ ਉਹਨੂੰ ਕਿਤਾਬਾਂ ਦਿੰਦੇ ਹਾਂ। ਜਦੋਂ ਆਪਾਂ ਉਹਨਾਂ ਨੂੰ ਟੀਵੀ ਦੇ ਦਿੰਦੇ ਹਾਂ, ਟੀਵੀ ਦੇ ਨਾਲ ਤਾਂ ਸਾਰਾ ਕੁਝ ਹੈਗਾ ਹੀ ਹੈ। ਸਟੋਰੀ ਆ ਗਈ, ਫੋਟੋ ਆ ਗਈ, ਜੇ ਆਪਾਂ ਸਬਟਾਈਟਲ ਕਲਿੱਕ ਕਰ ਦਾਂਗੇ ਸਬਟਾਈਟਲ ਲਿਖੇ ਆ ਜਾਣਗੇ। ਸੋ ਸਾਨੂੰ ਬੇਸਿਕਲੀ ਕਿਤੇ ਵੀ ਕੋਈ ਆਪਣੇ ਆਪ ਨੂੰ ਧਿਆਨ ਦੇਣ ਦੀ ਲੋੜ ਹੀ ਨਹੀਂ ਪੈਂਦੀ। ਪਰ ਹਾਂ, ਜੇ ਕਿਤਾਬ ਪੜ੍ਹਦੇ ਪਏ ਆ ਫਿਰ ਧਿਆਨ ਦੇਣਾ ਪਏਗਾ, ਅਟੈਂਸ਼ਨ ਦੇਣੀ ਪਏਗੀ, ਟਿਕ ਕੇ ਬੈਠਣਾ ਵੀ ਪਏਗਾ। ਤੁਹਾਡੇ ਨਾਲ ਕਦੇ ਇਦਾਂ ਹੋਇਆ ਕਿ ਤੁਸੀਂ ਕਿਤਾਬ ਪੜ੍ਹਨੀ ਸ਼ੁਰੂ ਕੀਤੀ, ਕਿਤਾਬ ਇੰਨੀ ਵਧੀਆ ਸੀ ਰੱਖਣ ਨੂੰ ਦਿਲ ਹੀ ਨਹੀਂ ਕੀਤਾ? ਇਹ ਚੀਜ਼ਾਂ ਅਸੀਂ ਬੱਚਿਆਂ ਨੂੰ ਸਿਖਾਉਣੀਆਂ। ਕਿਵੇਂ ਸਿਖਾਵਾਂਗੇ? ਇਹ ਤਾਂ ਹੋ ਨਹੀਂ ਸਕਦਾ ਕਿ ਆਪਾਂ ਉਧਰੋਂ ਮੈਂ ਦੇਖਦੀ ਹੋਵਾਂ ਕਿਉਂਕਿ ਸਾਸ ਵੀ ਕਭੀ ਬਹੂ ਥੀ ਤੇ ਬੱਚੇ ਨੂੰ ਮੈਂ ਕਹਾਂ ਨਾ 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 ਪੜ੍ਹੋ, ਬੈਠ ਕੇ ਪੜ੍ਹੋ। ਉਹਨੇ ਕਹਿਣਾ ਅੱਛਾ, ਤੁਸੀਂ ਫਿਰ ਕਿਉਂ ਦੇਖੀ ਜਾਂਦੇ ਹੋ, ਤੁਸੀਂ ਵੀ ਪੜ੍ਹ ਲਓ। ਸੋ ਜੇ ਬੱਚੇ ਨੂੰ ਪੜ੍ਹਨ ਦੀ ਆਦਤ ਪਾਉਣੀ ਹੈ, ਕਿਤਾਬ ਚੱਕੋ, ਬਹਿ ਜਾਓ। ਇਹ ਹੈ ਛੋਟੀ ਉਮਰੇ। ਜੇ ਆਪਾਂ ਛੋਟੀ ਉਮਰੇ ਇਹ ਆਦਤ ਪਾ ਦਿੱਤੀ, ਬਹੁਤ ਵਧੀਆ। ਹਾਂ, ਕਈ ਵਾਰੀ ਆਪਾਂ ਛੋਟੀ ਉਮਰੇ ਆਦਤ ਪਾ ਦਿੰਦੇ ਹਾਂ, ਵਿੱਚੋਂ ਗਵਾਚ ਵੀ ਜਾਂਦੀ ਹੈ। ਮੇਰੇ ਬੱਚੇ ਨਾਲ ਇਹ ਕੰਮ ਹੋਇਆ ਸੀ। ਲਾਈਫ ਹੈਪਨ ਇਨ ਬਿਟਵੀਨ, ਥੋੜਾ ਬਿਜ਼ੀ ਹੋ ਗਏ, ਕਿਉਂ, ਥੋੜੀਆਂ ਪ੍ਰੋਬਲਮਸ ਆ ਗਈਆਂ। ਬਟ ਹਾਂ, ਉਸ ਤੋਂ ਬਾਅਦ ਵਿੱਚ ਜਿਹੜਾ ਟਾਈਮ ਗਵਾਚਿਆ ਸੀ, ਫਿਰ ਧਿਆਨ ਦੇ ਕੇ ਬੱਚਿਆਂ ਨੂੰ ਉਸ ਪਾਸੇ ਲਾ ਦਿੱਤਾ। ਐਜ਼ ਅ ਪੇਰੈਂਟ, ਐਜ਼ ਅ ਗਰੋਨ ਅਪ, ਇਹ ਸਾਡੀ ਰਿਸਪੌਂਸਿਬਿਲਿਟੀ ਹੈ। ਅਸੀਂ ਇਹ ਧਿਆਨ ਦੇਣਾ। ਅਸੀਂ ਇਹ ਜ਼ਿੰਮੇਵਾਰੀ ਕਿਸੇ ਹੋਰ ਦੇ ਉੱਪਰ ਨਹੀਂ ਸੁੱਟ ਸਕਦੇ। ਸੋ ਹੁਣ ਜੇ ਅਸੀਂ ਕੌਨਫੀਡੈਂਟ ਬੱਚੇ ਰੇਜ਼ ਕਰਨੇ ਆ, ਨੰਬਰ 1, ਪੇ ਅਟੈਂਸ਼ਨ, ਹੈ ਨਾ। ਇਟ ਟੇਕਸ ਅ ਹੋਲ ਵਿਲੇਜ ਟੂ ਰੇਜ਼ ਦ ਕਿਡ। ਸਾਨੂੰ ਇਹ ਯਾਦ ਰੱਖਣਾ ਪਏਗਾ। ਤੇ ਉਸ ਵੇਲੇ ਜੇ ਸਾਨੂੰ ਹੈਲਪ ਚਾਹੀਦੀ ਹੈ ਤਾਂ ਸਾਨੂੰ ਹੈਲਪ, ਵੀ ਕੈਨ ਆਸਕ ਫॉर दैट। ਜਿੱਥੇ ਵੀ ਕਿਤੇ ਆਪਾਂ ਹੈਗੇ ਆ, 100% ਹੈਲਪ ਕਿਤੇ ਨਾ ਕਿਤੇ ਕਿਵੇਂ ਨਾ ਕਿਵੇਂ ਅਵੇਲੇਬਲ ਹੋਏਗੀ। ਬੜੀ ਵਾਰੀ ਆਪਾਂ ਆਖਦੇ ਝੱਕ ਜਾਂਦੇ ਆ। ਸੋ ਹੁਣ ਤੋਂ ਆਪਾਂ ਨੇ ਝਕਣਾ ਨਹੀਂ। ਜੇ ਸਾਡੇ ਬੱਚਿਆਂ ਨੂੰ ਕਿਸੇ ਵੀ ਹੈਲਪ ਦੀ, ਕਿਸੇ ਵੀ ਸਪੋਰਟ ਦੀ ਜ਼ਰੂਰਤ ਹੈ, ਸਾਨੂੰ ਇਹ ਮੇਕ ਸ਼ੋਰ ਕਰਨਾ ਪਏਗਾ ਕਿ ਅਸੀਂ ਉਹ ਸਪੋਰਟ ਉਹਨਾਂ ਨੂੰ ਪ੍ਰੋਵਾਈਡ ਕਰੀਏ। ਇੱਕ ਚੀਜ਼ ਹੋਰ, ਜਦੋਂ ਅਸੀਂ ਬੱਚਿਆਂ ਨੂੰ ਚੀਜ਼ਾਂ ਸਿਖਾ ਰਹੇ ਹਾਂ, ਇੱਕ ਚੀਜ਼ ਜ਼ਰੂਰ ਯਾਦ ਰੱਖਿਓ, ਅਸੀਂ ਬੱਚਿਆਂ ਨੂੰ ਜੋ ਮਰਜ਼ੀ ਸਿਖਾ ਦਈਏ, ਪਰ ਜੇ ਆਪ ਨਾ ਕਰਦੇ ਹੋਏ, ਉਹਨੇ ਸਿੱਖਣਾ ਨਹੀਂ। ਹੁਣ ਮੈਂ ਜੇ ਬੱਚਿਆਂ ਨੂੰ, ਪਹਿਲੀ ਗੱਲ ਤਾਂ ਇਹ, ਜੇ ਮੈਨੂੰ ਪਤਾ ਨਾ ਹੋਊਗਾ ਕਿ ਮੈਂ ਆਪਣੇ ਆਪ ਨੂੰ ਪ੍ਰਾਇਰਟੀ ਰੱਖਣਾ, ਤਾਂ ਮੇਰੇ ਬੱਚੇ ਕਿਵੇਂ ਸਿੱਖਣਗੇ? ਹਾਂ, ਜੇ ਮੈਂ ਆਪਣੇ ਆਪ ਨੂੰ ਪ੍ਰਾਇਰਟਾਈਜ਼ ਨਾ ਕੀਤਾ ਤਾਂ ਮੇਰੇ ਬੱਚੇ ਇਹ ਜ਼ਰੂਰ ਸਿੱਖਣਗੇ ਕਿ ਆਪਣੇ ਆਪ ਨੂੰ ਪ੍ਰਾਇਰਟਾਈਜ਼ ਕਰਨ ਦੀ ਕੋਈ ਲੋੜ ਨਹੀਂ, ਯੂ ਨੋ। ਹਾਂ, ਇਹ ਵੀ ਸਿੱਖ ਸਕਦੇ ਆ ਕਿ ਯੂ ਨੋ ਵਟ, ਐਸ ਬੰਦੇ ਨੂੰ ਪ੍ਰਾਇਰਟਾਈਜ਼ ਕਰਨ ਦੀ ਲੋੜ ਨਹੀਂ ਕਿਉਂਕਿ ਤੁਸੀਂ ਬਹੁਤ ਜ਼ਿਆਦਾ ਇੰਪੋਰਟੈਂਟ ਹੋ। ਇਹੋ ਜਿਹੇ ਕੰਮ ਦੇ ਨਾਲ ਤੁਸੀਂ ਲਿਟਰਲੀ ਅ ਨਾਰਸਿਸਿਸਟ ਬੰਦਾ ਰੇਜ਼ ਕਰ ਰਹੇ ਹੋ, ਔਰ ਜਾਂ ਜਨਾਨੀ ਰੇਜ਼ ਕਰ ਰਹੇ ਹੋ। ਕਿਉਂ? ਕਿਉਂਕਿ ਤੁਸੀਂ ਉਹਨਾਂ ਨੂੰ ਇਹ ਦੱਸ ਦਿੱਤਾ ਕਿ ਉਹਨਾਂ ਤੋਂ ਇਲਾਵਾ ਕੋਈ ਵੀ ਹੋਰ ਇਨਸਾਨ ਇੰਪੋਰਟੈਂਟ ਹੈ ਹੀ ਨਹੀਂ। ਸੀ, ਦੈਟ ਇਜ਼ ਅ ਹਿਊਜ ਪ੍ਰੋਬਲਮ। ਸਾਡੇ ਸਮਾਜ ਦੇ ਵਿੱਚ ਇਹ ਚੀਜ਼ ਬਹੁਤ ਵੱਡੀ ਪ੍ਰੋਬਲਮ ਹੈ। ਔਰ ਅਸੀਂ ਨਾ ਕਈ ਵਾਰੀ ਗੱਲ ਕਰਦੇ ਹੁੰਦੇ ਕਿ ਆਪਣੇ ਜਿਹੜੇ ਪੰਜਾਬੀ ਘਰ ਨੇ, ਉਹਨਾਂ ਦੇ ਵਿੱਚ ਜਿਹੜੇ ਮੁੰਡੇ ਹੈਗੇ ਨੇ ਜਾਂ ਮਰਦ ਨੇ, ਉਹਨਾਂ ਵਿੱਚ ਨਾਰਸਿਸਿਜ਼ਮ ਇੰਨਾ ਜ਼ਿਆਦਾ ਕਿਉਂ ਆ? ਇਸ ਵਾਸਤੇ ਕਿ ਜਦੋਂ ਘਰ ਵਿੱਚ ਮੁੰਡਾ ਜੰਮਦਾ ਆ, ਜਿੰਨਾ ਜ਼ਿਆਦਾ ਮੁੰਡੇ ਦਾ ਚਾਅ ਕਰਦੇ ਆ, ਜਿੰਨਾ ਜ਼ਿਆਦਾ ਮੁੰਡੇ ਨੂੰ ਸਿਰ ਤੇ ਚੱਕ ਰੱਖਦੇ ਆ, ਆਪਾਂ ਉਹਨੂੰ ਇਹ ਦੱਸ ਦਿੰਦੇ ਆ ਕਿ ਯੂ ਨੋ ਵਟ, ਤੇਰੇ ਤੋਂ ਇਲਾਵਾ ਤਾਂ ਕੋਈ ਹੋਰ ਇੰਪੋਰਟੈਂਟ ਹੈ ਹੀ ਨਹੀਂ। ਮੀਨਸ ਕੁੜੀਆਂ ਤਾਂ ਹੈ ਹੀ ਨਹੀਂ ਇੰਪੋਰਟੈਂਟ, ਜਾਂ ਐਨੀ ਅਦਰ ਪਰਸਨ ਇਜ਼ ਨਾਟ ਇੰਪੋਰਟੈਂਟ। ਜਦੋਂ ਅਸੀਂ ਬੱਚਿਆਂ ਨੂੰ ਇਹ ਦੱਸ ਦਿੰਦੇ ਆ, at that point of time we just made them a narcissist। ਨਾਰਸਿਸਿਸਟ ਕੌਣ ਹੈ? ਨਾਰਸਿਸਿਸਟ ਉਹ ਇਨਸਾਨ ਹੈ ਜਿਹਨੂੰ ਆਪਣੇ ਆਪ ਤੋਂ ਇਲਾਵਾ ਕੋਈ ਹੋਰ ਬੰਦਾ ਨਜ਼ਰ ਨਹੀਂ ਆਉਂਦਾ, ਤੇ ਜਿਹਨੇ ਆਪਣੇ ਆਪ ਨੂੰ ਚੀਜ਼ਾਂ ਹਾਸਲ ਕਰਨ ਲਈ, ਸਾਧਨ ਹਾਸਲ ਕਰਨ ਲਈ, ਕੁਝ ਵੀ ਹਾਸਲ ਕਰਨ ਲਈ, ਉਹ ਕਿਸੇ ਵੀ ਹੱਦ ਤੱਕ ਕਿਸੇ ਵੀ ਇਨਸਾਨ ਨੂੰ ਯੂਜ਼ ਕਰਕੇ ਡਿਸਕਾਰਡ ਕਰ ਸਕਦੇ ਆ। ਕਿਉਂ? ਉਹਨਾਂ ਦੇ ਵਾਸਤੇ ਇਨਸਾਨਾਂ ਦੀ ਅਹਿਮੀਅਤ ਰਹਿ ਹੀ ਨਹੀਂ ਗਈ। ਔਰ ਨਾਰਸਿਸਿਸਟ ਅਸੀਂ 2 ਤਰੀਕੇ ਨਾਲ ਬਣਾ ਸਕਦੇ ਹਾਂ। ਨੰਬਰ 1, ਬਹੁਤ ਜ਼ਿਆਦਾ ਧਿਆਨ ਦੇ ਕੇ ਬੱਚਿਆਂ ਵੱਲ। ਨੰਬਰ 2, ਬਹੁਤ ਘੱਟ ਧਿਆਨ ਦੇ ਕੇ ਬੱਚਿਆਂ ਵੱਲ। ਜੇ ਅਸੀਂ ਬੱਚੇ ਇਗਨੋਰ ਕਰ ਦਾਂਗੇ
ਮੈਨੂੰ ਇੱਕ ਕਪਲ ਦਾ ਪਤਾ ਜਿਨ੍ਹਾਂ ਨੇ ਆਪਣੇ ਬੱਚੇ ਨੂੰ ਘਰ ਦੇ ਬਾਹਰ ਬੰਦ ਕਰ ਜਾਂਦੇ ਸੀ। ਲਾਈਕ ਘਰ ਬੰਦ ਹੈਗਾ, ਨਿਆਣਾ ਵਿਚਾਰਾ ਬਾਹਰ ਬੈਠਾ ਹੋਇਆ। ਹੁਣ ਜਿਹੜਾ ਇਹ ਜਵਾਕ ਆ ਜਿਹੜਾ ਇਉਂ ਘਰ ਦੇ ਬਾਹਰ ਬੰਦ ਰਹਿੰਦਾ ਸੀ, ਹੈਵ ਯੂ ਐਵਰ ਫੈਲਟ ਉਹ ਨਿਆਣਾ ਕਿਹੋ ਜਿਹੀ ਮੱਤ ਲੈ ਕੇ ਵੱਡਾ ਹੋਊਗਾ? The selfishness that kid would have, mental illness ਦੀ ਹੱਦ ਤੱਕ selfishness ਹੋ ਸਕਦੀ ਹੈ। ਔਰ ਜਿਹੜਾ ਕੋਈ ਬੰਦਾ ਉਸ ਦੇ ਨਾਲ ਕਦੇ ਵਿਆਹਿਆ ਜਾਊਗਾ ਉਹਦਾ ਹਸ਼ਰ ਸੋਚੋ ਕੀ ਹੋਏਗਾ। I had the experience first hand, so I think you guys get it. So ਅਸੀਂ ਨਾਰਸਿਸਿਸਟ ਬਣਾਉਂਦੇ ਹਾਂ ਦੋ ਤਰੀਕਿਆਂ ਨਾਲ। ਨੰਬਰ 1 ਇਗਨੋਰ ਕਰਕੇ, ਨੰਬਰ 2 ਸਿਰੇ ਚੜਾ ਕੇ। ਦੋਨੋਂ ਕੰਮ ਨਹੀਂ ਕਰਨੇ। ਹਰਿੰਦਰ ਹੁਣੀ ਕਹਿੰਦੇ ਪਏ ਨੇ ਕਿ be a role model for your kids. Absolutely, absolutely, you have to be the role model for your kids. Absolutely. ਇਸ ਗੱਲ ਦੇ ਉੱਤੇ ਤਾਂ ਆਪਾਂ ਜਿੰਨਾ ਜ਼ਿਆਦਾ ਜ਼ੋਰ ਪਾਈਏ ਓਨਾ ਘੱਟ ਆ। ਸਾਡੇ ਬੱਚੇ ਆ, ਜੇ ਅਸੀਂ ਉਹਨਾਂ ਦਾ ਰੋਲ ਮਾਡਲ ਨਹੀਂ ਹੋਵਾਂਗੇ ਤਾਂ ਹੋਰ ਕੌਣ ਹੋਊਗਾ? ਜੇ ਉਹ ਰੋਲ ਮਾਡਲ ਬਾਹਰ ਲੱਭਣ ਤੁਰ ਪਏ, that is when they might end up being abused. ਕਿਸੇ ਵੀ ਤਰੀਕੇ ਨਾਲ, mental, emotional, sexual, ਕਿਸੇ ਵੀ ਤਰੀਕੇ ਦੀ abuse. We don't want our kids to be abused. ਉਸ ਵੇਲੇ ਸਾਨੂੰ ਰੋਲ ਮਾਡਲ ਬਣਨਾ ਪਊਗਾ। ਅਸੀਂ ਰੋਲ ਮਾਡਲ ਕਿਵੇਂ ਬਣੀਏ? ਆਪਣਾ ਵਤੀਰਾ ਵਧੀਆ ਕਰਕੇ, ਆਪਣੇ ਆਪ ਨੂੰ ਇੰਪਰੂਵ ਕਰਕੇ, ਚੰਗੀਆਂ ਗੱਲਾਂ ਸਿੱਖ ਕੇ। ਸੋ ਜੇ ਅਸੀਂ ਆਪਣੇ ਬੱਚੇ ਕੌਨਫੀਡੈਂਟ ਬਣਾਉਣੇ ਆ ਤਾਂ ਸਾਨੂੰ ਆਪਣੇ ਆਪ ਦੇ ਵਿੱਚ ਕੌਨਫੀਡੈਂਸ ਵੀ ਲੈ ਕੇ ਆਉਣਾ ਪਊਗਾ। ਜੋ ਚੀਜ਼ਾਂ ਅਸੀਂ ਆਪਣੇ ਬੱਚਿਆਂ ਨੂੰ ਸਿਖਾਉਣੀਆਂ ਨੇ ਉਹ ਚੀਜ਼ਾਂ ਸਾਡੇ ਅੰਦਰ ਵੀ ਹੋਣੀਆਂ ਚਾਹੀਦੀਆਂ ਨੇ ਜਾਂ ਸਾਨੂੰ ਡਿਵੈਲਪ ਕਰਨੀਆਂ ਪੈਣਗੀਆਂ। ਜ਼ਰੂਰੀ ਨਹੀਂ ਹੈਗਾ ਕਿ ਆਪਾਂ ਹਰ ਕੋਈ ਇਨਸਾਨ ਬਚਪਨ ਤੋਂ ਸਿੱਖ ਕੇ ਆਇਆ ਹੁੰਦਾ। ਕੀ ਪਤਾ ਕਿਸੇ ਕੋਲ ਬਚਪਨ ਸਾਧਨ ਨਾ ਹੋਣ, ਪਰ ਹਾਂ ਇੱਕ ਵਾਰੀ ਤੁਸੀਂ ਐਡਲਟ ਬਣ ਗਏ, ਇੱਕ ਵਾਰੀ ਤੁਸੀਂ ਇੰਨੇ ਕੁ ਵੱਡੇ ਹੋ ਗਏ ਕਿ ਤੁਹਾਡੇ ਕੋਲ ਹੁਣ ਸਾਧਨ, ਤੁਸੀਂ ਚੀਜ਼ਾਂ ਆਪ ਚੱਕ ਕੇ ਪੜ੍ਹ ਸਕਦੇ ਹੋ, ਲਾਇਬ੍ਰੇਰੀ ਜਾ ਸਕਦੇ ਹੋ। ਫੇਰ ਜੇ ਤੁਸੀਂ ਕਹੋ ਕਿ ਮੈਂ ਹੁਣ ਸਿੱਖ ਨਹੀਂ ਸਕਦਾ, that's on you. ਰੀਜ਼ਨ ਕਿਤਾਬਾਂ ਹੈਗੀਆਂ, ਸਾਧਨ ਹੈਗੇ ਆ, ਹਰ ਇੱਕ ਚੀਜ਼ ਅਵੇਲੇਬਲ ਹੈਗੀ ਹੈ ਆਪਣੇ ਆਪ ਨੂੰ ਵਧੀਆ ਬਣਾਉਣ ਲਈ, ਚੰਗਾ ਰੋਲ ਮਾਡਲ ਬਣਨ ਲਈ। ਪਰ ਜੇਕਰ ਅਸੀਂ ਉਹਦੇ ਉੱਤੇ ਕੋਈ ਕੰਮ ਹੀ ਨਹੀਂ ਕਰਾਂਗੇ, ਇੰਪਲੀਮੈਂਟ ਹੀ ਨਹੀਂ ਕਰਾਂਗੇ, ਫੇਰ ਕਿਤਾਬਾਂ ਆਪਣੇ ਆਪ ਤਾਂ ਕੁਝ ਸਿੱਖਣਗੀਆਂ ਨਹੀਂ। ਕਿਤਾਬਾਂ ਨੇ ਲਾਇਬ੍ਰੇਰੀ ਤੋਂ ਬਾਹਰ ਆ ਕੇ ਸਾਡੇ ਗੋਦ ਵਿੱਚ ਆ ਕੇ ਤਾਂ ਬੈਠਣਾ ਨਹੀਂ ਕਿ ਉਹ ਪੜ੍ਹੋ ਮੈਨੂੰ, ਚੰਗੇ ਬਣ ਜਾਓ, ਚੰਗਾ ਸਿੱਖ ਲਓ। ਅਸੀਂ ਉੱਠਾਂਗੇ, ਜਾਵਾਂਗੇ, ਬੱਚਿਆਂ ਨੂੰ ਵੀ ਨਾਲ ਲੈ ਕੇ ਜਾਵਾਂਗੇ, ਆਪੇ ਆਦਤ ਬਣੇਗੀ। ਔਰ ਹੁਣ ਜਦੋਂ ਤੁਸੀਂ ਬੱਚਿਆਂ ਨੂੰ ਲਾਇਬ੍ਰੇਰੀ ਅਗਰ ਲੈ ਕੇ ਜਾਂਦੇ ਹੋ, ਉੱਥੇ ਜਾ ਕੇ ਟਰਾਈ ਕਰਿਓ ਕਿ ਉਹਨਾਂ ਨੂੰ ਤੁਸੀਂ, ਇੱਕ ਤਾਂ ਕਿਰੀ ਸੈਕਸ਼ਨ ਹੁੰਦਾ ਆ, ਠੀਕ ਹੈ ਨਾ, ਬੱਚਿਆਂ ਦਾ ਸੈਕਸ਼ਨ, ਤੁਸੀਂ ਉੱਥੇ ਲਿਜਾ ਸਕਦੇ ਹੋ। ਅਦਰਵਾਈਜ਼ ਅਗਰ ਤੁਸੀਂ ਚਾਹੁੰਦੇ ਹੋ ਕਿ ਉਹਨਾਂ ਨੂੰ ਤੁਸੀਂ ਕਿਸੇ ਖਾਸ ਤਰੀਕੇ ਦੇ ਕਿਤਾਬਾਂ ਵੱਲ ਨੂੰ ਜਾਂ ਪੜ੍ਹਾਈ ਵੱਲ ਨੂੰ ਤੋਰਨਾ ਹੈਗਾ, ਉਸ ਵੇਲੇ ਤੁਸੀਂ ਉਹਨਾਂ ਨੂੰ ਉਸ ਸੈਕਸ਼ਨ ਵੱਲ ਲੈ ਕੇ ਜਾ ਸਕਦੇ ਹੋ। ਘਰੇ ਉਹ ਕਿਤਾਬਾਂ ਲੈ ਕੇ ਆ ਸਕਦੇ ਹੋ। ਘਰ ਦੇ ਵਿੱਚ ਜਦੋਂ ਬੱਚੇ ਹੋਣ, ਮੇਕ ਸ਼ੋਰ ਇਹ ਕਰਨਾ ਹੈ ਕਿ ਅਸੀਂ ਉਹਨਾਂ ਚੀਜ਼ਾਂ ਵਿੱਚ ਇਨਵੈਸਟ ਕਰੀਏ ਜਿਹੜੀਆਂ ਚੀਜ਼ਾਂ ਬੱਚਿਆਂ ਦੇ ਬਚਪਨ ਨੂੰ ਵਧੀਆ ਬਣਾਉਂਦੀਆਂ। ਸੋ ਸਾਡਾ ਅੱਜ ਦਾ ਟੌਪਿਕ ਬਹੁਤ ਹੀ ਇੰਪੋਰਟੈਂਟ ਹੈ, ਔਰ ਇਹ ਟੌਪਿਕ ਜਿਹੜਾ ਹੈਗਾ ਇਹਨੂੰ ਆਪਾਂ ਆਉਂਦੇ ਹਫ਼ਤਿਆਂ ਦੇ ਵਿੱਚ ਵੀ ਇਸ ਟੌਪਿਕ ਉੱਤੇ ਆਪਾਂ ਗੱਲ ਕਰਦੇ ਰਹਾਂਗੇ। ਥੈਂਕ ਯੂ ਸੋ ਮਚ ਦੀਪਕ ਸਹੋਤਾ ਥਾਟ ਨੂੰ ਪਸੰਦ ਕਰਨ ਦੇ ਵਾਸਤੇ। ਥੈਂਕ ਯੂ ਸੋ ਮਚ ਗੁਰਨੇਕ ਸਿੰਘ ਜੀ, ਤੁਹਾਡੇ ਹੋਲਡ ਔਨ, ਤੁਹਾਡਾ ਸ਼ੇਅਰ ਇੱਥੇ ਆਇਆ ਹੋਇਆ ਹੈ। ਲੈਟਸ ਜਸਟ ਰੀਡ ਦੈਟ। ਬਹੁਤ ਹੀ ਵਧੀਆ ਤੁਸੀਂ ਲਿਖਿਆ ਹੋਇਆ ਹੈ। ਮੇਰਾ ਖਿਆਲ ਮੈਂ ਗਵਾ ਲਿਆ। ਓਕੇ, ਇਹ ਸ਼ੁਰੂ ਹੁੰਦਾ ਕੀ ਫਾਇਦਾ। that's fine again. ਕੀ ਫਾਇਦਾ ਇਹ ਆਜ਼ਾਦੀ ਦਾ, ਨਿਤ ਹੁੰਦੀ ਹੋਈ ਬਰਬਾਦੀ ਦਾ। ਚੋਰਾਂ ਹੱਥ ਆਈ ਹੈ ਡੋਰ ਦੇਸ਼ ਦੀ, ਹੁਣ ਬਦਲੀ ਪਈ ਹੈ ਤੋਰ ਦੇਸ਼ ਦੀ। ਸਹੀ ਕਿਹਾ। ਫੈਸ਼ਨ ਪ੍ਰਸਤੀ ਹੋਇਆ ਇਹ ਦਿਹਾੜਾ, ਲੋਕਤੰਤਰ ਦਾ ਹਾਲ ਹੋਇਆ ਇਹ ਮਾੜਾ। ਐਬਸੋਲੂਟਲੀ ਰਾਈਟ, ਐਬਸੋਲੂਟਲੀ ਰਾਈਟ। ਇਹ ਜਿਹੜਾ 15 ਅਗਸਤ ਹੈ ਇਹ ਤਾਂ ਹੁਣ ਵੈਸੇ ਨਾ ਬਿਲਕੁਲ ਹੀ ਲਿਟਰਲੀ ਇਹ ਫੈਸ਼ਨ ਵਾਂਗੂ ਫੈਸ਼ਨ ਹੀ ਬਣ ਚੁੱਕਾ ਹੋਇਆ। ਸਹੀ ਹੈ। ਇਸ ਨਾਲੋਂ ਤਾਂ ਅੰਗਰੇਜ਼ ਹੀ ਸੀ ਚੰਗੇ, ਆਜ਼ਾਦੀ ਲੈ ਕੇ ਅਸੀਂ ਖੁਦ ਪਾਏ ਪੰਗੇ। ਅੰਗਰੇਜ਼ ਵੀ ਵੈਸੇ ਇੰਨੇ ਚੰਗੇ ਨਹੀਂ ਸੀ, ਅੰਗਰੇਜ਼ਾਂ ਨੇ ਹੀ ਐਕਚੁਅਲੀ ਸਾਰਾ ਕੁਛ ਕੀਤਾ ਹੋਇਆ ਸੀ। ਟ੍ਰਾਇੰਗੂਲੇਸ਼ਨ, ਸਾਡੀਆਂ ਆਪਸ ਵਿੱਚ ਪ੍ਰੋਬਲਮਸ ਜਿਹੜਾ ਇਹ ਪਾਕਿਸਤਾਨ ਬਣਨਾ ਹੈਗਾ ਅੰਗਰੇਜ਼ਾਂ ਦੀ ਹੀ ਸਾਰਿਆਂ ਦੀ ਸੀਗਾ। ਔਰ ਆਪਣੇ ਜਿਹੜੇ ਲੋਕ ਨੇ
ਕੁਰਸੀ ਦਾ ਲਾਲਚ ਸੀ, ਪਰ ਲਾਲਚ ਪਾਇਆ ਕਿੰਨੇ ਸੀ, ਸੋ ਵੀ ਕੈਨਟ ਜਸਟ ਬਲੇਮ ਔਨ ਦੈਮ। ਅਸੀਂ ਆਪ ਵੀ ਗੁਨਹਗਾਰ ਹਾਂ, ਕਿਉਂਕਿ ਸਾਡੀਆਂ ਜਿਹੜੀਆਂ ਹੈਗੀਆਂ ਸੀ ਕੁਝ ਪੀੜ੍ਹੀਆਂ ਨੇ ਜਾਂ ਇਹ ਡਿਸਾਈਡ ਕਰ ਲਿਆ ਕਿ ਹਾਂ ਇਹ ਬੰਦਾ ਤਾਂ ਚੰਗਾ ਹੀ ਹੈ, ਉਹਨੇ ਕੁਝ ਚੰਗਾ ਕੀਤਾ ਜਾਂ ਨਾ ਕੀਤਾ ਡਜ਼ਨਟ ਮੈਟਰ, ਪਰ ਹਾਂ ਕਿਉਂਕਿ ਲੇਬਲ ਲੱਗ ਗਿਆ ਉਹ ਚੰਗਾ ਹੈ, ਵੋਟ ਉਹਨੂੰ ਹੀ ਦੇਣੀ ਹੈ। ਇਹ ਕੰਮ ਅਸੀਂ ਮਾੜੇ ਕੀਤੇ, ਅਸੀਂ ਇਵੈਲੂਏਟ ਕਰਨਾ ਚੀਜ਼ਾਂ ਨੂੰ ਬੰਦ ਕਰ ਦਿੱਤਾ, ਇਹ ਸਾਡੀ ਗਲਤੀ ਹੈ। ਹੁਣ ਇਹ ਚੀਜ਼ਾਂ ਅਸੀਂ ਇੰਪਰੂਵ ਕਿੱਦਾਂ ਕਰਨੀਆਂ ਨੇ, ਇਹ ਸਾਨੂੰ ਸਿੱਖਣਾ ਪਏਗਾ। ਥੈਂਕ ਯੂ ਸੋ ਮਚ ਬਲਰਾਜ ਸਿੰਘ ਜੀ ਵਿਚਾਰਾਂ ਨੂੰ ਪਸੰਦ ਕਰਨ ਦੇ ਵਾਸਤੇ। ਔਰ ਜਦੋਂ ਅਸੀਂ ਇਵੈਲੂਏਟ ਕਰਦੇ ਹਾਂ ਉਦੋਂ ਜਾ ਕੇ ਸਾਨੂੰ ਰਿਅਲਾਈਜ਼ ਹੋਏਗਾ ਕਿ ਅਸੀਂ ਅਗਰ ਸਮਾਜ ਨੂੰ ਬਦਲਣਾ ਆ, ਸਮਾਜ ਨੂੰ ਵਧੀਆ ਕਰਨਾ ਹੈ, ਤਾਂ ਸਾਨੂੰ ਜੋ ਰਾਈਟ ਨਾਓ ਚੱਲ ਰਿਹਾ ਮਾੜਾ, ਉਹਦੇ ਬਾਰੇ ਤਾਂ ਆਪਾਂ ਗੱਲ ਕਰਨੀ ਹੈ, ਉਹਦੇ ਬਾਰੇ ਤਾਂ ਆਪਾਂ ਨੂੰ ਨਾਰਾ ਲਾਉਣਾ ਪਏਗਾ, ਦੱਸਣਾ ਪਏਗਾ, ਅਵੇਅਰਨੈਸ ਲੈ ਕੇ ਆਉਣੀ ਪਏਗੀ, ਬਟ ਆਪਣੀ ਆਉਂਦੀ ਜਨਰੇਸ਼ਨ ਨੂੰ ਵੀ ਸਿਖਾਉਣਾ ਪਏਗਾ। ਐਂਡ ਮੇਕਿੰਗ them confident, making them good people, good citizens, ਇਹ ਸਭ ਤੋਂ ਜ਼ਿਆਦਾ ਵਧੀਆ ਜ਼ਰੂਰੀ ਗੱਲ ਹੁੰਦੀ ਹੈ। ਅਗਰ ਬੱਚੇ ਅਵੇਅਰ ਹੋਣਗੇ, ਬੱਚਿਆਂ ਨੂੰ ਆਪਣੇ ਹੱਕਾਂ ਦੇ ਬਾਰੇ ਵਿੱਚ ਪਤਾ ਹੋਏਗਾ, ਬੱਚਿਆਂ ਨੂੰ ਗੱਲ ਕਰਨੀ ਆਉਂਦੀ ਹੋਏਗੀ, ਬੱਚਿਆਂ ਦੇ ਕੋਲ ਭਾਸ਼ਾ ਦੇ ਉੱਤੇ ਕੰਟਰੋਲ ਹੋਏਗਾ, ਤਾਂ ਉਹ ਆਪਣੇ ਵਿਚਾਰ ਕਿਤੇ ਵੀ ਸਾਂਝੇ ਕਰ ਸਕਦੇ ਆ, ਉਹਨਾਂ ਨੂੰ ਕਿਤੇ ਵੀ ਆਪਣੀ ਗੱਲ ਕਰਦਿਆਂ ਹਿਚਕ ਨਹੀਂ ਹੋਏਗੀ। ਔਰ ਜਿੱਥੇ ਤੱਕ ਮੈਨੂੰ ਲੱਗਦਾ ਸਾਡੀ ਜਿਹੜੀ ਇੱਕ ਜਨਰੇਸ਼ਨ ਜਿਹੜੀ ਇਸ ਵੇਲੇ ਦਿੱਲੀ ਦੇ ਬਾਰਡਰਸ ਉੱਤੇ ਬੈਠੀ ਹੋਈ ਹੈ, 100% ਜਿੰਨੇ ਬੱਚੇ ਉੱਥੇ ਹੈਗੇ ਨੇ ਉਹ ਸਾਰੇ ਦੇ ਸਾਰੇ ਬਹੁਤ ਹੀ ਕੌਨਫੀਡੈਂਟ ਤੇ ਵਧੀਆ ਬੱਚੇ ਹੋਣਗੇ। ਕਿਉਂ? ਕਿਉਂਕਿ ਉਹ ਆਪਣੇ ਆਲੇ ਦੁਆਲੇ ਆਪਣੇ ਮਾਂ ਪਿਓ, ਦਾਦਾ ਦਾਦੀ, ਨਾਨਾ ਨਾਨੀ, ਮਾਸੀ, ਚਾਚੀ, ਇਹਦਾ ਜਾਂ ਮਾਸੜ, ਚਾਚੇ, ਭੂਆ, ਫੁੱਫੜ, ਜਿਹੜੇ ਵੀ ਕੋਈ ਉਸ ਅੰਦੋਲਨ ਦੇ ਵਿੱਚ ਇਸ ਵੇਲੇ ਬੈਠੇ ਹੋਏ ਨੇ, ਦੇ ਆਰ ਵਾਚਿੰਗ them too। ਉਹਨਾਂ ਨੂੰ ਪਤਾ ਆ ਕਿ ਜਦੋਂ ਕੁਝ ਗਲਤ ਹੋ ਰਿਹਾ ਉਹਦੇ ਖਿਲਾਫ ਖੜੇ ਹੋਣਾ ਜੀਂਦੇ ਇਨਸਾਨਾਂ ਦੀ ਗੱਲ ਹੁੰਦੀ ਹੈ। ਬਹੁਤ ਵਧੀਆ ਗੱਲ ਸਿਖਾ ਰਹੇ ਆਪਾਂ ਆਉਂਦੀ ਜਨਰੇਸ਼ਨ ਨੂੰ, ਬਹੁਤ ਹੀ ਵਧੀਆ ਗੱਲ। ਜਿਹੜੀ ਵਿਚਕਾਰਕ ਜਨਰੇਸ਼ਨ ਸੀ ਨਾ 90s ਦੇ ਵਿੱਚ, ਜਦੋਂ ਇਹ ਸੌਂਗ ਆ ਗਏ ਸੀ ਕਿ ਖਾਓ ਪੀਓ ਐਸ਼ ਕਰੋ ਮਿੱਤਰੋ, ਹੈ ਨਾ, ਬਸ ਆਹ ਚੀਜ਼ਾਂ ਸੀਗੀਆਂ। ਇਹ ਚੀਜ਼ਾਂ ਠੀਕ ਹੈ, ਉਹ ਵੀ ਜ਼ਰੂਰੀ ਹੁੰਦਾ, ਪਰ ਪਹਿਲਾਂ ਅਸੀਂ ਬੱਚਿਆਂ ਨੂੰ ਇਹ ਤਾਂ ਸਿਖਾ ਲਈਏ ਕਿ ਵਧੀਆ ਕਰਨਾ ਕਿਵੇਂ ਹੈ। ਸਾਡੇ ਉੱਤੇ ਆਉਂਦੀ ਜਨਰੇਸ਼ਨ ਦੇ ਵਾਸਤੇ ਇੱਕ ਰਿਸਪੌਂਸਿਬਿਲਿਟੀ ਹੈ, ਵੀ ਹੈਵ ਟੂ ਰਿਮੈਂਬਰ ਦੈਟ ਆਲਵੇਜ਼। ਔਰ ਜਿਹੜੇ ਲੇਖਕ ਨੇ ਉਹ ਇਹ ਚੀਜ਼ ਪੂਰੀ ਤਰ੍ਹਾਂ ਮਹਿਸੂਸ ਕਰਦੇ ਨੇ, ਔਰ ਇਸੇ ਵਾਸਤੇ ਉਹ ਇਹਨਾਂ ਚੀਜ਼ਾਂ ਬਾਰੇ ਗੱਲ ਕਰਦੇ ਰਹਿੰਦੇ ਆ। ਔਰ ਜਦੋਂ ਤੱਕ ਸਾਡੇ ਲੇਖਕ, ਸਾਡੇ ਸ਼ਾਇਰ ਇਹ ਚੀਜ਼ਾਂ ਗੱਲ ਕਰਦੇ ਰਹਿਣਗੇ, ਇਹਦਾ ਮਤਲਬ ਸਾਡਾ ਜਿਹੜਾ ਸਮਾਜ ਆ ਉਹ ਵਧੀਆ ਹੁੰਦਾ ਰਹੇਗਾ, ਇੰਪਰੂਵ ਹੁੰਦਾ ਰਹੇਗਾ। ਸੇ ਆਉਂਦੀ ਜਨਰੇਸ਼ਨ ਦੇ ਵਾਸਤੇ ਕਿੰਨੀਆਂ ਜ਼ਿਆਦਾ ਜ਼ਰੂਰੀ ਚੀਜ਼ਾਂ ਨੇ ਜਿਹੜੀਆਂ ਕਰਨ ਵਾਲੀਆਂ ਹੁੰਦੀਆਂ ਨੇ, ਔਰ ਬਹੁਤ ਸਾਰੇ ਲੋਕ ਇਹ ਕਰ ਰਹੇ ਨੇ, ਬਹੁਤ ਸਾਰੇ ਲੋਕਾਂ ਨੂੰ ਇਹ ਕਰਨਾ ਸ਼ੁਰੂ ਕਰਨਾ ਜ਼ਰੂਰੀ ਹੈ। ਸੋ ਅੱਜ ਦੀ ਗੱਲਬਾਤ ਦੇ ਵਿੱਚ ਆਪਾਂ ਇੱਕ ਚੀਜ਼ ਤੇ ਹੋ ਚੁੱਕੀ ਹੈ ਕਿ ਬੱਚੇ ਜੋ ਦੇਖਦੇ ਨੇ ਉਹ ਸਿੱਖਦੇ ਨੇ। ਦੂਜੀ ਚੀਜ਼ ਕਿ ਅਸੀਂ ਉਹਨਾਂ ਨੂੰ ਵਧੀਆ ਸਿਖਾਉਣ ਦੇ ਵਾਸਤੇ ਅਸੀਂ ਸਾਰੇ ਐਕਟਿਵਲੀ ਪਾਰਟਿਸਿਪੇਟ ਕਰੀਏ। ਅਸੀਂ ਅਗਰ ਬੱਚਾ ਕੁਝ ਗਲਤ ਕਰ ਰਿਹਾ ਅਸੀਂ ਉੱਥੇ ਟੋਕ ਦਈਏ। We don't have to give a whole lecture। ਇੰਨਾ ਹੀ ਕਹਿਣਾ ਬਹੁਤ ਹੈ, ਇਹ ਠੀਕ ਨਹੀਂ। ਅਗਰ ਉਹ ਬੱਚਾ ਖੁਦ ਸੋਚੇਗਾ ਕਿਵੇਂ ਠੀਕ ਨਹੀਂ, ਕੀ ਠੀਕ ਨਹੀਂ, even that's a good thing। ਬਿਲਕੁਲ ਹਰਿੰਦਰ ਹੁਣੀ ਕਹਿੰਦੇ ਨੇ ਕਿ when kids are growing up, tell them the journey is more important than the destination। Absolutely। ਕਿਉਂਕਿ ਜ਼ਿੰਦਗੀ ਦੇ ਵਿੱਚ ਕੋਈ ਡੈਸਟੀਨੇਸ਼ਨ ਤਾਂ ਹੈ ਹੀ ਨਹੀਂ। ਜ਼ਿੰਦਗੀ ਦੇ ਵਿੱਚ ਡੈਸਟੀਨੇਸ਼ਨ ਕੀ ਹੋਏਗੀ? ਮੌਤ। ਆਪਾਂ ਬੱਚਿਆਂ ਨੂੰ ਦੱਸਣਾ ਨਹੀਂ ਕਿ ਉਹ ਆਪਾਂ ਹੁਣ ਜੀ ਪਏ, ਸਾਰਾ ਕੁਝ ਕਰਕੇ ਐਡ 'ਚ ਮਰਨਾ ਹੀ ਹੈ। ਸੋ ਆਫ ਕੋਰਸ ਡੈਸਟੀਨੇਸ਼ਨ ਤਾਂ ਹੈ ਹੀ ਨਹੀਂ ਗੀ। ਸੋ ਜਰਨੀ, ਇਹ ਉਹਨੂੰ ਦੱਸਣਾ ਕਿ ਜ਼ਿੰਦਗੀ ਕਿੰਨੀ ਹਸੀਨ ਹੈ, ਜ਼ਿੰਦਗੀ ਕਿੰਨੀ ਵਧੀਆ ਅਗਰ ਆਪਾਂ ਇਹਨੂੰ ਜੀਨੇ ਆ। ਇਹ ਸਿਖਾਉਣਾ, ਇਹ ਦੱਸਣਾ ਬਹੁਤ ਜ਼ਰੂਰੀ ਹੈ। ਅਦਰਵਾਈਜ਼ ਕਈ ਬੱਚੇ ਉਹਨੂੰ ਪਤਾ ਹੀ ਨਹੀਂ ਹੁੰਦਾ ਜ਼ਿੰਦਗੀ ਦਾ ਪਰਪਸ ਕੀ ਹੈ। ਫਿਰ ਦੇ ਐਂਡ ਅਪ ਪੀਪਲ ਪਲੀਜ਼ਰ। ਉਹਨਾਂ ਨੇ ਆਪਣੀ ਜ਼ਿੰਦਗੀ ਵੀ ਖਰਾਬ ਕਰ ਲਈ ਤੇ ਅੱਗੋਂ ਜਿਹੜੇ ਬੱਚੇ ਉਹਨਾਂ ਦੇ ਕੋਲੋਂ ਆਉਣਗੇ ਉਹਨਾਂ ਦੀ ਜ਼ਿੰਦਗੀ ਵੀ ਖਰਾਬ ਕਰ ਦਿੱਤੀ, ਕਿਉਂਕਿ ਉਹਨਾਂ ਨੇ ਬੱਚਿਆਂ ਨੂੰ ਦੱਸਿਆ ਕਿ ਤੁਸੀਂ ਜ਼ਰੂਰੀ ਨਹੀਂ ਹੈਗੇ, ਤੁਸੀਂ ਜਿਹਨਾਂ ਨੂੰ ਖੁਸ਼ ਕਰ ਰਹੇ ਹੋ ਉਹ ਜ਼ਰੂਰੀ ਨੇ। ਕਿੰਨੀ ਜ਼ਿਆਦਾ ਗਲਤ ਗੱਲ ਅਸੀਂ ਆਪਣੇ ਬੱਚਿਆਂ ਨੂੰ ਸਿਖਾ ਰਹੇ ਹਾਂ ਜੇ ਅਸੀਂ ਇਹ ਕੰਮ ਕਰ ਰਹੇ ਹਾਂ ਤਾਂ।
ਜੇ ਕਰ ਰਹੇ ਹਾਂ ਬੰਦ ਕਰੀਏ, ਜੇ ਨਹੀਂ ਕਰ ਰਹੇ ਬਹੁਤ ਵਧੀਆ, ਫਿਰ ਤੇ ਬਹੁਤ ਹੀ ਵਧੀਆ ਗੱਲ ਹੈਗੀ ਹੈ। ਪਰ ਜੇ ਕਰ ਰਹੇ ਹਾਂ, ਕੋਈ ਵੀ ਜਿਹੜਾ ਆਪਾਂ ਕਰ ਰਹੇ ਹਾਂ ਨਾ, ਫਿਰ ਆਪਾਂ ਨੂੰ ਇਹ ਕੰਮ ਬੰਦ ਕਰਨਾ ਚਾਹੀਦਾ। ਸੋ ਅਗਲੀ ਗੱਲ ਸਾਡੇ ਕੋਲ ਆਉਂਦੀ ਹੈਗੀ ਹੈ ਡਿਸਿਪਲਿਨ ਦੀ, ਹਾਰਡ ਵਰਕ ਦੀ। ਬੱਚਿਆਂ ਨੂੰ ਹਾਰਡ ਵਰਕ ਤੇ ਡਿਸਿਪਲਿਨ ਦਾ ਉਹਦੇ ਬਾਰੇ ਵਿੱਚ ਦੱਸੀਏ। ਵੈਸੇ ਅੱਜ ਦੀ ਕਨਵਰਸੇਸ਼ਨ ਦੇ ਵਿੱਚ ਆਈ ਥਿੰਕ ਕਾਫੀ ਸਾਰੇ ਪੁਆਇੰਟਸ ਹੋ ਚੁੱਕੇ ਹੋਏ ਨੇ, ਗੱਲ ਬਾਲੀ ਵੀ ਲੰਬੀ ਨਾ ਕਰ ਲਈਏ, ਕੀ ਕਹਿੰਦੇ ਹੋ? ਪਰ ਹਾਂ, ਬੱਚਿਆਂ ਨੂੰ ਰਿਸਪਾਂਸਿਬਲ ਤੇ ਕੌਨਫੀਡੈਂਟ ਬਣਾਉਣਾ ਇਹ ਸਾਡੀ ਜ਼ਿੰਮੇਵਾਰੀ ਹੈ। ਬੱਚੇ ਸਾਨੂੰ ਦੇਖ ਕੇ ਵੱਡੇ ਹੁੰਦੇ ਆ, ਅਸੀਂ ਕੀ ਕਰ ਰਹੇ ਹਾਂ ਇਹ ਦੇਖ ਕੇ ਵੱਡੇ ਹੁੰਦੇ ਆ। ਔਰ ਘਰਾਂ ਦੇ ਵਿੱਚ ਜਿਹੜਾ ਬਾਪ ਹੁੰਦਾ ਹੈ ਉਹ ਐਕਚੁਅਲੀ ਬੱਚਿਆਂ ਦਾ ਪਹਿਲਾ ਰੋਲ ਮਾਡਲ ਹੁੰਦਾ ਹੈ। ਬਹੁਤ ਦੇਰ ਤੱਕ ਐਕਚੁਅਲੀ ਆਈ ਡਿਡਨਟ ਇਵਨ ਨੋ ਦੈਟ। ਜਦੋਂ ਮੈਂ ਇਹ ਸਾਰੇ ਕੁਝ ਬਾਰੇ ਪੜ੍ਹਨਾ ਸ਼ੁਰੂ ਕੀਤਾ, ਸਾਈਕੋਲੋਜੀ ਐਂਡ ਐਵਰੀਥਿੰਗ, ਉਦੋਂ ਜਾ ਕੇ ਰਿਅਲਾਈਜ਼ ਹੋਇਆ, ਉਦੋਂ ਜਾ ਕੇ ਪਤਾ ਲੱਗਾ ਕਿ ਐਕਚੁਅਲੀ ਜਿਹੜੇ ਬੱਚੇ ਨੇ ਉਹ ਬਿਨਾਂ ਜਾਣਿਆ ਉਹ ਬਾਪ ਨੂੰ ਫੋਲੋ ਕਰਦੇ ਨੇ। ਥੈਂਕ ਯੂ ਸੋ ਮਚ ਬਲਰਾਜ ਸਿੰਘ ਜੀ, ਥੈਂਕ ਯੂ ਥਾਟਸ ਨੂੰ ਪਸੰਦ ਕਰਨ ਦਾ ਔਰ ਕੰਟੀਨਿਊ ਕਰਨ ਦਾ। ਤੇ ਜਿਹੜੇ ਬੱਚੇ ਨੇ ਉਹ ਆਪਣੇ ਪਿਤਾ ਨੂੰ ਜਾਂ ਬਾਪ ਨੂੰ ਪਹਿਲਾ ਰੋਲ ਮਾਡਲ ਲੈ ਕੇ ਤੁਰਦੇ ਨੇ। ਜੇ ਹੁਣ ਬਾਪ ਪਹਿਲਾ ਰੋਲ ਮਾਡਲ ਹੈ ਤਾਂ ਪਲੀਜ਼ ਧਿਆਨ ਦਿਓ, ਜਦੋਂ ਵੀ ਤੁਸੀਂ ਆਪਣਾ ਸਪਾਊਸ ਚੁਣਦੇ ਪਏ ਹੋ, ਆਪਣਾ ਘਰ ਵਾਲਾ ਚੁਣਦੇ ਪਏ ਹੋ, ਇਹ ਯਾਦ ਰੱਖਿਓ, ਜੇ ਬੱਚੇ ਇਫ ਯੂ ਆਰ ਪਲੈਨਿੰਗ ਟੂ ਹੈਵ ਕਿਡਸ, ਮੇਕ ਸ਼ੋਰ ਇਹ ਕਰਨਾ ਕਿ ਜਿਹੋ ਜਿਹਾ ਬੰਦਾ ਆ, ਕੀ ਤੁਸੀਂ ਇਹੋ ਜਿਹੇ ਬੱਚੇ ਪਸੰਦ ਕਰੋਗੇ, ਇਹੋ ਜਿਹੇ ਵਤੀਰੇ ਵਾਲੇ? ਹਾਂ, ਉਹ ਤੁਹਾਨੂੰ ਤਾਂ ਪਤਾ ਹੋਏਗਾ ਜੇ ਤੁਹਾਨੂੰ ਉਸ ਵਿਅਕਤੀ ਦਾ ਵਤੀਰਾ ਪਤਾ ਹੋਏਗਾ। ਸੋ ਕਿਸੇ ਵੀ ਡਿਸੀਜਨ ਦੇ ਵਿੱਚ ਛਾਲ ਮਾਰ ਕੇ ਹਾਂ ਨਹੀਂ ਕਰਨੀ, ਸੋਚ ਕੇ ਸਮਝ ਕੇ। ਔਰ ਜਿਵੇਂ ਮੈਂ ਗੱਲ ਕਰਦੀ ਪਈ ਹਾਂ ਕਿ ਪਿਤਾ ਜਿਹੜਾ ਹੈ ਉਹ ਪਹਿਲਾ ਰੋਲ ਮਾਡਲ ਹੈਗਾ। ਹੁਣ ਐਜ਼ ਅ ਵੂਮਨ ਮੈਂ ਤਾਂ ਇਹ ਗੱਲ ਕਹਿ ਨਹੀਂ ਸਕਦੀ ਕਿ ਫਿਰ ਮੈਂ ਆਪਣੇ ਆਪ ਨੂੰ ਇੰਪਰੂਵ ਕਰੂੰਗੀ, ਕਿਉਂ? ਮੈਂ ਤਾਂ ਮਾਂ ਆ। ਔਰ ਜਦੋਂ ਮੈਨੂੰ ਪਤਾ ਲੱਗਾ ਸੀ ਨਾ ਕਿ ਬੱਚਿਆਂ ਦਾ ਪਹਿਲਾ ਰੋਲ ਮਾਡਲ ਪਿਓ ਹੁੰਦਾ, ਆਈ ਵਾਜ਼ ਅ ਬਿਟ ਹਰਟ। ਕਿਉਂ? ਮੈਂ ਆਪਦੀ ਜ਼ਿੰਦਗੀ ਬਿਲਕੁਲ ਉਵੇਂ ਜੀ ਰਹੀ ਸੀ ਜਿਵੇਂ ਮੈਂ ਚਾਹੁੰਦੀ ਸੀ ਮੇਰੇ ਬੱਚੇ ਜੀਣ। ਮਿਹਨਤ ਕਰੋ, ਟਾਈਮ ਨਾਲ ਉੱਠੋ, ਵਰਕਆਊਟ ਵੀ ਕਰੋ, ਆਪਣੇ ਆਪ ਦਾ ਧਿਆਨ ਰੱਖੋ, ਘਰ ਦਾ ਧਿਆਨ ਰੱਖੋ, ਪੜ੍ਹਾਈ ਕਰੋ, ਹੈ ਨਾ, ਆਪਣੇ ਕੰਮਾਂ ਨੂੰ ਟਾਈਮ ਸਿਰ ਕਰੋ, ਝੂਠ ਨਾ ਬੋਲੋ। ਇਹ ਚੀਜ਼ਾਂ ਜਿਹੜੀਆਂ ਸੀ ਮੈਂ ਬੱਚਿਆਂ ਨੂੰ ਸਿਖਾਉਣ ਦੇ ਵਾਸਤੇ, ਨਾ just ਸਿਖਾਉਣ ਦੇ ਵਾਸਤੇ, ਇਹ ਮੇਰਾ ਆਪਣਾ ਵੀ ਲਾਈਫ ਸਟਾਈਲ ਸੀ। ਜਦੋਂ ਮੈਨੂੰ ਇਹ ਪਤਾ ਲੱਗਾ ਕਿ ਐਕਚੁਅਲੀ ਮਾਂ ਜਿਹੜੀ ਹੈਗੀ ਹੈ ਉਹ ਇਹਨਾਂ ਬੱਚਿਆਂ ਨੂੰ ਇਨਫਲੂਐਂਸ ਨਹੀਂ ਕਰ ਸਕਦੀ ਜਿੰਨਾ ਬਾਪ, ਔਰ ਫਿਰ ਇਹ ਰਿਅਲਾਈਜ਼ ਹੋਇਆ ਬੱਚਿਆਂ ਦੇ ਬਿਹੇਵੀਅਰ ਦੇ ਵਿੱਚੋਂ ਵੀ, ਦੈਨ ਫੋਕਸ ਡਿਫਰੈਂਟ ਤਰੀਕੇ ਨਾਲ ਹੋਇਆ। ਪਰ ਹਾਂ, ਤੁਹਾਡੇ ਵਿੱਚੋਂ ਜਿਹੜੇ ਵੀ ਇਸ ਲਾਈਵ ਸੁਣ ਰਹੇ ਹੋ ਜਾਂ ਰਿਕਾਰਡਿੰਗ ਸੁਣ ਰਹੇ ਹੋ ਲੇਟਰ ਔਨ, ਪਲੀਜ਼ ਕੀਪ ਦੈਟ ਇਨ ਮਾਈਂਡ। ਜੇਕਰ ਤੁਸੀਂ ਇਫ ਯੂ ਆਰ ਅ ਮੇਲ ਐਂਡ ਇਫ ਯੂ ਆਲਰੇਡੀ ਹੈਵ ਕਿਡਸ, ਜੇ ਤੁਸੀਂ ਪੁਰਸ਼ ਹੋ ਔਰ ਤੁਹਾਡੇ ਬੱਚੇ ਹੈਗੇ ਨੇ, ਪਲੀਜ਼ ਮੇਕ ਸ਼ੋਰ ਤੁਹਾਡੇ ਬੱਚੇ ਤੁਹਾਨੂੰ ਦੇਖ ਰਹੇ ਨੇ ਹਰ ਵਾਲੇ ਔਰ ਉਹ ਤੁਹਾਡਾ ਵਤੀਰਾ ਕਾਪੀ ਕਰ ਰਹੇ ਨੇ। ਕੀ ਤੁਸੀਂ ਅਜਿਹਾ ਵਤੀਰਾ ਕਰਦੇ ਹੋ ਜਿਹੜਾ ਕਾਪੀ ਕੀਤਾ ਜਾ ਸਕੇ, ਜਾਂ ਤੁਹਾਡੇ ਵਤੀਰੇ ਵਿੱਚ ਕੁਝ ਚੇਂਜਸ ਲਿਆਉਣ ਵਾਲੀਆਂ ਨੇ? ਜੇ ਹੈਗੀਆਂ ਨੇ ਆਪੇ ਲੈ ਕੇ ਆਓ। ਜੇ ਹੈਲਪ ਚਾਹੀਦੀ ਹੈ, 21 days to happiness is always here to help you। ਪਰ ਹਾਂ, ਆਪਣਾ ਵਤੀਰਾ ਤੇ ਆਪਾਂ ਨੂੰ ਆਪੇ ਚੈੱਕ ਕਰਨਾ ਪਊਗਾ। ਇਹ ਜਿਹੜੀ ਅਕਾਊਂਟੇਬਿਲਟੀ ਹੈ ਆਪਣੇ ਆਪ ਨੂੰ ਕੁਐਸਚਨ ਕਰਨ ਦੀ, ਇਹ ਸਾਨੂੰ ਆਪਣੇ ਆਪ ਦੇ ਵਿੱਚ ਲੈ ਕੇ ਆਉਣੀ ਹੀ ਪਏਗੀ। ਅਸੀਂ ਇੱਥੋਂ ਛੁਟਕਾਰਾ ਨਹੀਂ ਪਾ ਸਕਦੇ। ਔਰ ਬਾਕੀ ਇੱਕ ਹੋਰ ਗੱਲ ਦੱਸਾਂ, ਇੱਕ ਚੀਜ਼ ਹੋਰ ਹੈਗੀ ਹੈ, ਉਹ ਇਹ ਹੈ ਕਿ ਜਦੋਂ ਫਿਰ ਨਾ ਅਸੀਂ ਗਲਤੀ ਕਰਦੇ ਹਾਂ, ਐਜ਼ ਅ ਐਡਲਟ ਆਪਾਂ ਗਲਤੀ ਕਰਦੇ ਹਾਂ, ਤੇ ਫਿਰ ਆਪਾਂ ਨੂੰ ਕੋਈ ਇਹ ਦੱਸੇ ਕਿ ਤੁਸੀਂ ਇਹ ਗਲਤੀ ਕੀਤੀ, ਉਸ ਵੇਲੇ ਆਪਣੀ ਗਲਤੀ ਨੂੰ ਮੰਨਣਾ ਤੇ ਉਹਨੂੰ ਸੁਧਾਰਨਾ, ਇਹ ਸਾਡਾ ਫਰਜ਼ ਹੈ। ਇਹ ਸਾਡਾ ਫਰਜ਼ ਹੈ ਆਪਣੇ ਆਪ ਪ੍ਰਤੀ, ਇਹ ਸਾਡਾ ਫਰਜ਼ ਹੈ ਆਉਂਦੀ ਪੀੜ੍ਹੀ ਪ੍ਰਤੀ। ਇਹ ਗੱਲਾਂ ਸਿਰਫ ਕਹਿਣ ਵਾਲੀਆਂ ਨਹੀਂ ਹੈਗੀਆਂ। ਘਰ ਵਿੱਚ ਗੁਰਨੇਕ ਸਿੰਘ ਹੁਣੀ ਲਿਖਦੇ ਨੇ, ਘਰ ਵਿੱਚ ਮਾਤਾ ਪਿਤਾ ਦੇ ਆਪਸੀ ਰਿਸ਼ਤੇ ਦਾ ਅਸਰ ਹਮੇਸ਼ਾ ਬੱਚਿਆਂ ਉੱਤੇ ਪੈਂਦਾ ਹੈ, ਸੋ ਕੋਸ਼ਿਸ਼ ਕਰੋ ਪਰਿਵਾਰਿਕ ਰਿਸ਼ਤੇ ਮਜ਼ਬੂਤ ਕਰੋ। ਐਬਸੋਲੂਟਲੀ। ਤੇ ਇਹਦੇ ਵਿੱਚ ਹੁਣ ਇੱਕ ਚੀਜ਼ ਹੋਰ ਹੁੰਦੀ ਹੈ ਕਿ ਜਿਹੜੇ ਪਰਿਵਾਰਿਕ ਰਿਸ਼ਤੇ ਨੇ ਉਹ ਮਜ਼ਬੂਤ ਕਿੱਦਾਂ ਹੁੰਦੇ ਨੇ? ਜੇ ਵੈਲਿਊਜ਼ ਹੋਣ। ਵੈਲਿਊਜ਼ ਕਿੱਥੋਂ ਆਉਂਦੀਆਂ ਨੇ? ਜੇ ਉਸ ਬੱਚੇ ਵਿੱਚ ਹੋਣ ਜਿਹੜਾ ਬੱਚਾ ਐਡਲਟ ਬਣ ਕੇ ਮਾਂ ਜਾਂ ਬਾਪ ਬਣਿਆ ਹੋਇਆ।
ਠੀਕ ਹੈ ਨਾ। ਸੋ ਸਾਰੇ ਕੁਝ ਦੇ ਵਿੱਚ ਘੁੰਮ ਘੁਮਾ ਕੇ ਜਿਹੜੀਆਂ ਵੈਲਿਊਜ਼ ਨੇ ਉਹ ਤਾਂ ਆ ਹੀ ਜਾਂਦੀਆਂ ਨੇ ਕਿ ਸਾਡੇ ਬੱਚਿਆਂ ਦੇ ਅੰਦਰ ਵੈਲਿਊਜ਼ ਹੋਣੀਆਂ ਚਾਹੀਦੀਆਂ ਨੇ। ਵੈਲਿਊਜ਼ ਤੋਂ ਬਿਨਾਂ ਵੱਡਾ ਹੋਇਆ ਬੱਚਾ, ਡਜ਼ਨਟ ਮੈਟਰ ਉਹਦੇ ਕੋਲ ਕਿੰਨੀ ਜ਼ਿਆਦਾ ਵਧੀਆ ਘਰ ਵਾਲੀ ਆ ਜਾਵੇ ਜਾਂ ਡਜ਼ਨਟ ਮੈਟਰ ਉਹਦੇ ਕੋਲ ਕਿੰਨਾ ਵਧੀਆ ਘਰ ਵਾਲਾ ਆ ਜਾਵੇ, ਜਿਹੜੇ ਇਨਸਾਨ ਦੇ ਵਿੱਚ ਵੈਲਿਊਜ਼ ਨਹੀਂ ਨਾ ਹੈਗੀਆਂ, ਉਹ ਇਨਸਾਨ ਵਧੀਆ ਤਰੀਕੇ ਨਾਲ ਘਰ ਦੇ ਵਿੱਚ ਜਿਹੜਾ ਸੁੱਖ ਸ਼ਾਂਤੀ ਰੱਖ ਨਹੀਂ ਸਕਦਾ। ਉਹਨੂੰ ਪਤਾ ਹੀ ਨਹੀਂ, ਕਿਉਂਕਿ ਉਹਨੂੰ ਇਸ ਚੀਜ਼ ਦਾ ਪਤਾ ਹੀ ਨਹੀਂ ਕਿ ਉਹਨੇ ਕਰਨਾ ਕੀ ਹੈ। ਕੈਨ ਯੂ ਇਮੈਜਿਨ ਦੈਟ? ਜਿਹੜੀਆਂ ਇਹ ਚੀਜ਼ਾਂ ਨੇ, ਇਹ ਜਦੋਂ ਆਪਾਂ ਰੀਅਲਾਈਜ਼ ਕਰਦੇ ਹਾਂ ਤਾਂ ਕਰਕੇ ਇਹ ਜ਼ਰੂਰੀ ਹੈ ਕਿ ਜੇ ਕਿਧਰੇ ਵੀ ਆਪਾਂ ਇਹ ਚੀਜ਼ਾਂ ਦੇਖਦੇ ਪਏ ਹਾਂ ਮਿਸਿੰਗ, ਆਪਾਂ ਉੱਥੇ ਪੁਆਇੰਟ ਆਊਟ ਕਰੀਏ। ਜਿਵੇਂ ਗੁਰਨੇਕ ਸਿੰਘ ਹੋਣਾ ਨੇ ਹੁਣੇ ਗੱਲ ਕੀਤੀ ਹੈਗੀ ਹੈ, ਇਹ ਜਿਹੜੇ ਵਿਚਾਰ ਨੇ ਜਦੋਂ ਆਪਾਂ ਦੱਸਦੇ ਹਾਂ ਬਾਕੀਆਂ ਨੂੰ, ਜੇ ਕਿਸੇ ਨੂੰ ਨਹੀਂ ਪਤਾ ਤੇ ਉਹ ਪੜ੍ਹ ਕੇ ਜਾਂ ਸੁਣ ਕੇ ਇਹ ਜਾਣਦੇ ਨੇ, ਅਸੀਂ ਉਹਨਾਂ ਦੀ ਚੰਗੇ ਜਿਹੜਾ ਹੈਗਾ ਨਾ ਚੰਗਾ ਪਰਿਵਾਰ ਰੇਜ਼ ਕਰਨ 'ਚ ਆਪਾਂ ਉਹਨਾਂ ਦੀ ਮਦਦ ਕਰਦੇ ਹਾਂ। ਜਦੋਂ ਆਪਾਂ ਕਿਸੇ ਨੂੰ ਇਹ ਦੱਸਦੇ ਹਾਂ ਕਿ ਤੁਸੀਂ ਆਪਣੇ ਆਪ ਨੂੰ ਵੀ ਪ੍ਰਾਇਰਟਾਈਜ਼ ਕਰਨਾ, ਤੁਸੀਂ ਆਪਣੇ ਆਪ ਨੂੰ ਵੀ ਅੱਗੇ ਰੱਖਣਾ। ਕੱਲਾ ਹੁਣ ਜੇ ਘਰ ਦੀ ਗ੍ਰਹਿਣੀ, ਕਾਫੀ ਸਾਲ ਪਹਿਲਾਂ ਇੱਕ ਨਾ ਸ਼ੋਅ ਆਉਂਦਾ ਹੁੰਦਾ ਸੀ ਦਿੱਲੀ ਦੂਰਦਰਸ਼ਨ ਦੇ ਉੱਪਰ। ਉਦੋਂ ਤਾਂ ਖੈਰ ਮੈਂ ਵੀ ਬਹੁਤ ਛੋਟੀ ਸੀ, ਤੁਹਾਡਾ ਤਾਂ ਮੈਨੂੰ ਪਤਾ ਨਹੀਂ ਤੁਸੀਂ ਕਿੰਨੇ ਛੋਟੇ ਹੋਵੋਗੇ, ਹੁਣ ਤਾਂ ਮੈਨੂੰ ਵੀ ਪਤਾ ਨਹੀਂ ਕਿੰਨੇ 100 ਸਾਲ ਹੋ ਗਏ। ਸ਼ੋਅ ਦਾ ਨਾਮ ਸੀ ਹਮ ਲੋਗ। ਹਮ ਲੋਗ ਦਾ ਨਾ ਬਾਕੀ ਤਾਂ ਮੈਨੂੰ ਚੀਜ਼ਾਂ ਯਾਦ ਨਹੀਂ, ਇੱਕ ਚੀਜ਼ ਮੈਨੂੰ ਯਾਦ ਹੈ, ਹਮ ਲੋਗ ਸੀ ਕਿ ਕਿਸੇ ਹੋਰ ਸ਼ੋਅ ਦੇ ਦੇयर वाज समथिंग, ਉਹ ਡਾਇਲੌਗ ਇਹ ਸੀ, ਮੇਰਾ ਕਿਆ ਹੈ ਮੈਂ तो नमक के साथ सूखी रोटी खा लूंगी। ਜਿਹੜੀ ਮਾਂ ਘਰ ਦੇ ਹਰ ਜੀ ਨੂੰ ਰੋਟੀ ਦੇ ਰਹੀ ਹੈ, ਬਣਾ ਕੇ ਸਬਜ਼ੀ ਬਣਾ ਕੇ ਦੇ ਰਹੀ ਹੈ, ਸਰਵ ਕਰ ਰਹੀ ਹੈ, ਕੋਈ ਇਹ ਧਿਆਨ ਹੀ ਨਹੀਂ ਰੱਖ ਰਿਹਾ ਕਿ ਭਾਂਡੇ ਵਿੱਚ ਉਹਦੇ ਵਾਸਤੇ ਸਬਜ਼ੀ ਬਚੀ ਹੋਈ ਹੈ ਕਿ ਨਹੀਂ। ਕੈਨ ਯੂ ਇਮੈਜਿਨ ਕਿੰਨਾ ਕੁ ਵੱਡਾ ਸੈਲਫਿਸ਼ ਟੱਬਰ ਉਹਨੇ ਰੇਜ਼ ਕਰਤਾ। ਜਿਹੜਾ ਉਹ ਪਿਓ ਹੋਊਗਾ ਉਸ ਘਰ ਦੇ ਵਿੱਚ ਕਿੰਨਾ ਜ਼ਿਆਦਾ ਸੈਲਫਿਸ਼ ਹੋਊਗਾ, ਜਿਹਨੇ ਇਹ ਦੇਖਿਆ ਹੀ ਨਹੀਂ ਕਿ ਜਿਹੜੀ ਘਰ ਦੀ ਸੁਆਣੀ ਹੈ, ਜਿਹੜੀ ਸਭ ਦਾ ਢਿੱਡ ਭਰਦੀ ਪਈ ਹੈ, ਪਕਾ ਪਕਾ ਖਵਾਉਂਦੀ ਪਈ ਹੈ, ਉਹਦੇ ਵਾਸਤੇ ਕੁਝ ਬਚਿਆ ਹੋਇਆ ਕਿ ਨਹੀਂ। ਇਹ ਜ਼ਿੰਮੇਵਾਰੀ ਇਕੱਲੀ ਉਹਦੀ ਤਾਂ ਨਹੀਂ ਸੀ, ਇਹ ਜ਼ਿੰਮੇਵਾਰੀ ਉਸ ਪਿਓ ਦੀ ਵੀ ਸੀ, ਇਹ ਜ਼ਿੰਮੇਵਾਰੀ ਉਹਨਾਂ ਬੱਚਿਆਂ ਦੀ ਵੀ ਸੀ ਕਿ ਮਾਂ ਤੂੰ ਕੀ ਖਾਣਾ, ਮਾਂ ਤੇਰੇ ਵਾਸਤੇ ਹੈਗਾ, ਔਰ ਮਾਂ ਯੂ ਨੋ ਵਟ ਪਕਾ ਲਓ ਇਕੱਠੇ ਖਾਂਦੇ ਆ, ਜਾਂ ਉਹ ਵੀ ਚੁੱਲ੍ਹੇ ਤੇ ਲੱਗੇ ਆ ਜਾਂਦੇ, ਬੈਠ ਕੇ ਉੱਥੇ ਖਾਂਦੇ। ਠੀਕ ਹੈ ਨਾ। ਜਿਹੜੀਆਂ ਇਹ ਚੀਜ਼ਾਂ ਨੇ, ਇਹ ਚੀਜ਼ਾਂ ਕਿੱਥੋਂ ਆਉਣੀਆਂ ਨੇ? ਜੇ ਉਸ ਪਿਓ ਨੇ ਕਦੇ ਆਖਿਆ ਹੀ ਨਹੀਂ, ਪੁੱਛਿਆ ਹੀ ਨਹੀਂ ਕਿ ਭਾਈ ਤੂੰ ਕੀ ਖਾਣਾ ਹੈ, ਡੂ ਯੂ ਥਿੰਕ ਬੱਚੇ ਕਦੇ ਪੁੱਛਣਗੇ ਕਿਸੇ ਨੂੰ? ਬੱਚਿਆਂ ਨੂੰ ਤਾਂ ਇਹ ਪਤਾ ਹੈ ਰੋਟੀ ਆ ਗਈ, ਪਹਿਲਾਂ ਤੁਹਾਡਾ ਹੱਕ ਹੈ, ਚੱਕੋ ਖਾਓ ਆਓ ਜਾਓ। ਰਿਮੈਂਬਰ ਇੱਕ ਹੁੰਦਾ ਨਹੀਂ ਕਿ आई डोंट वांट टू से द एरियाज नेम, पर ਉਹ ਇਹ ਆਂਦਾ ਕਿ ਯਾਰ ਕਿਸਕੇ ਭਾਤ ਖਾਏ ਔਰ ਖਿਸਕੇ, ਉਹ ਫਿਰ ਇਦਾਂ ਦੇ ਨਿਆਣੇ ਬਣ ਜਾਂਦੇ ਆ। ਸਿਖਾਉਣਾ ਕਿੰਨੇ ਆ? ਅਸੀਂ। ਜਿਹੜੀ ਉਹ ਮਾਂ ਆ, ਜਿਹੜੀ ਇਹ ਕਹਿੰਦੀ ਪਈ ਹੈ ਨਾ ਕਿ ਮੇਰਾ ਕੀ, ਮੈਂ ਤਾਂ ਲੂਣ ਦੇ ਨਾਲ ਰੋਟੀ ਖਾ ਲੂੰਗੀ, ਯਾ ਬਹੁਤ ਵੱਡੀ ਤਿਆਗ ਦੀ ਮੂਰਤ ਹੈ ਭਾਈ। ਉਹਨੂੰ ਤਾਂ ਆਪਾਂ ਅਵਾਰਡ ਦੇ ਦਿੰਦੇ ਹਾਂ ਮਦਰ ਇੰਡੀਆ ਦਾ, ਪਰ ਇਸ ਅਵਾਰਡ ਦੇ ਨਾਲ ਉਹਦੇ ਬੱਚਿਆਂ ਨੂੰ ਅਕਲ ਨਹੀਂ ਆਉਣੀ। ਉਹਨੇ ਆਪਦੇ ਬੱਚੇ ਗਲਤ ਰੇਜ਼ ਕਰ ਦਿੱਤੇ। ਇਹ ਜੇ ਉਹਨੇ ਮੁੰਡੇ ਰੇਜ਼ ਕੀਤੇ, ਉਹਦੇ ਮੁੰਡਿਆਂ ਨੇ ਕਦੇ ਆਪਦੀ ਘਰਵਾਲੀ ਨੂੰ ਨਹੀਂ ਪੁੱਛਣਾ। ਜੇ ਉਹਨੇ ਕੁੜੀਆਂ ਰੇਜ਼ ਕੀਤੀਆਂ, ਉਹਨਾਂ ਕੁੜੀਆਂ ਨੇ ਕਦੇ ਵੀ ਇਹ ਕੁਐਸਚਨ ਨਹੀਂ ਕਰਨਾ ਕਿ ਭਾਈ ਮੇਰੇ ਵਾਸਤੇ ਤਾਂ ਕੁਛ ਹੈ ਹੀ ਨਹੀਂ। ਕਿਉਂ? ਉਹ ਉਸ ਔਰਤ ਨੇ ਸੈਲਫਿਸ਼, ਕੰਪਲੀਟਲੀ ਸੈਲਫਿਸ਼ ਬੱਚੇ ਰੇਜ਼ ਕਰ ਦਿੱਤੇ। ਕਿਵੇਂ? ਬਿਨਾਂ ਇਹ ਜਾਣਿਆ ਕਿ ਜਦੋਂ ਉਹਨੇ ਆਪਣੇ ਆਪ ਨੂੰ ਅੱਗੇ ਰੱਖਿਆ ਹੀ ਨਹੀਂ, ਜਦੋਂ ਉਹਨੇ ਆਪਣੇ ਆਪ ਨੂੰ ਅਹਿਮੀਅਤ ਦਿੱਤੀ ਹੀ ਨਹੀਂ, ਤਾਂ ਉਹਨੇ ਆਪਣੇ ਬੱਚਿਆਂ ਨੂੰ ਇਹ ਸਿਖਾ ਦਿੱਤਾ ਕਿ ਉਹਨਾਂ ਤੋਂ ਇਲਾਵਾ ਕਿਸੇ ਹੋਰ ਦੀ ਅਹਿਮੀਅਤ ਹੈ ਹੀ ਨਹੀਂ। That is a big problem, like a big problem, huge problem. क्योंकि ਇਹ ਚੀਜ਼ ਚੱਲ ਰਹੀ ਹੈ, ਬਹੁਤ ਸਾਰੇ ਘਰਾਂ ਦੇ ਵਿੱਚ ਚੱਲ ਰਹੀ ਹੈ, ਜਿੱਥੇ ਮਾਂ ਇਹ ਸੋਚਦੀ ਹੈ ਕਿ ਮੈਂ ਅਗਰ ਆਪਣਾ ਸਾਰਾ ਕੁਝ ਸਿਰਫ ਬੱਚਿਆਂ ਨੂੰ ਦੇ ਹੀ ਜਾਊਂਗੀ, that is something that's gonna teach them something, right? ਕਿ ਇਹਨਾਂ ਨੂੰ ਸ਼ੇਅਰ ਕਰਨਾ ਆਊਗਾ। ਨੋ, ਉਹਨਾਂ ਨੂੰ ਸ਼ੇਅਰ ਕਰਨਾ ਉਦੋਂ ਆਊਗਾ ਜਦੋਂ ਉਹ ਸ਼ੇਅਰ ਕਰਨਗੇ। ਜੇ ਮੈਂ ਕਹਾਂ
ਕਿ ਮੈਂ ਓਲੰਪਿਕਸ ਜਾ ਕੇ ਜਿਹੜਾ ਜੈਵਲਿਨ ਸੁੱਟ ਕੇ ਮੈਂ ਮੈਡਲ ਜਿੱਤਣਾ। ਇੱਥੇ ਬੈਠੀ ਮੈਂ ਗੱਲਾਂ ਕਰੀ ਜਾਵਾਂ, ਉੱਠ ਕੇ ਕਦੇ ਮੈਂ ਮਿਹਨਤ ਕੀਤੀ ਨਾ ਹੋਵੇ, ਠੀਕ ਹੈ ਨਾ ਮੈਂ ਕਦੇ ਪ੍ਰੈਕਟਿਸ ਕੀਤੀ, ਨਾ ਮੈਂ ਕਦੇ ਸਟੈਮਿਨਾ ਬਣਾਇਆ, ਮੈਂ ਕੁਛ ਵੀ ਨਹੀਂ ਕੀਤਾ। ਪਰ ਹਾਂ, ਮੈਂ ਬੈਠੇ ਬੈਠੇ ਕਹਿੰਦੀ ਪਈ ਹਾਂ ਯਪ ਮੈਂ ਸੁੱਟੂਗੀ, ਮੈਂ ਮੈਡਲ ਜਿੱਤ ਲੈਣਾ। ਦੈਟਸ ਐਗਜ਼ੈਕਟਲੀ ਦੈਟ ਮਦਰ ਇਜ਼ ਡੂਇੰਗ। ਜਦੋਂ ਉਹਨੇ ਬੱਚਿਆਂ ਨੂੰ ਇਹ ਸਿਖਾਇਆ ਹੀ ਨਹੀਂ ਕਿ ਉਹਨੇ ਆਪਣਾ ਕੁਛ ਸ਼ੇਅਰ ਵੀ ਕਰਨਾ, ਤੇ ਉਹ ਕਹਿੰਦੀ ਪਈ ਆ ਓਹ ਕਿਉਂਕਿ ਮੈਂ ਕਰਦੀ ਪਈ ਹਾਂ ਨਾ, ਇਸ ਵਾਸਤੇ ਸਿੱਖ ਲੈਣਗੇ। ਮੀਨਸ ਮੈਂ YouTube ਦੇ ਉੱਪਰ ਦੇਖਦੀ ਪਈ ਹਾਂ ਨੀਰਜ ਜਿਹੜਾ ਹੈਗਾ ਬਹੁਤ ਵਧੀਆ ਪ੍ਰੈਕਟਿਸ ਕਰਦਾ, ਤੇ ਮੈਂ ਵੀ ਕਹਿੰਦੀ ਪਈ ਹਾਂ ਉਹ ਮੈਂ ਵੀ ਕਰੂੰਗੀ, ਮੈਂ ਵੀ ਕਰੂੰਗੀ। Would that make me win a gold medal? No. ਗੋਲਡ ਮੈਡਲ ਜਿੱਤਣ ਦੇ ਵਾਸਤੇ ਤਾਂ ਜਾਨ ਮਾਰਨੀ ਪੈਣੀ ਹੈ। ਇਦਾਂ ਹੀ ਬੱਚਿਆਂ ਨੂੰ ਸਿਖਾਉਣ ਦੇ ਵਾਸਤੇ ਸਾਨੂੰ ਬੱਚਿਆਂ ਨੂੰ ਸਹੀ ਸੇਧ ਦੇਣੀ ਪੈਣੀ ਹੈ। ਕਿਉਂ? ਕਿਉਂਕਿ ਉਹ ਬੱਚੇ ਹੈ, ਉਹ ਮਾਂ ਦੇ ਢਿੱਡ ਵਿੱਚੋਂ ਸਿੱਖ ਕੇ ਨਹੀਂ ਆਏ ਹੋਏ, ਠੀਕ ਹੈ। ਅਭਿਮਨਿਊ ਨੇ ਚੱਕਰਵਿਊਹ ਦਾ ਸੁਣ ਲਿਆ ਸੀ, ਉਹ ਅਭਿਮਨਿਊ ਸੀ, ਉਹ ਅਰਜੁਨ ਦਾ ਮੁੰਡਾ ਸੀ, ਉਹ ਟਾਈਮ ਡਿਫਰੈਂਟ ਸੀ। ਅੱਜ ਦੇ ਟਾਈਮ ਦੇ ਵਿੱਚ ਜਿੰਨੀਆਂ ਜ਼ਿਆਦਾ ਲਾਈਫ ਦੇ ਵਿੱਚ ਕੰਪਲਿਕੇਸ਼ਨਸ ਨੇ, ਜਿੰਨੀਆਂ ਜ਼ਿਆਦਾ ਲਾਈਫ ਦੇ ਵਿੱਚ ਪ੍ਰੋਬਲਮਸ ਨੇ, ਉਸ ਵੇਲੇ ਜਿਹੜੇ ਸਾਡੇ ਬੱਚੇ ਆ ਉਹਨਾਂ ਦੇ ਸਾਹਮਣੇ ਉਹ ਚੀਜ਼ਾਂ ਜਦੋਂ ਤੱਕ ਆਪਾਂ ਪ੍ਰੈਕਟੀਕਲੀ ਨਹੀਂ ਕਰਦੇ, ਅਸੀਂ ਬੱਚਿਆਂ ਦੇ ਕੋਲੋਂ ਐਕਸਪੈਕਟੇਸ਼ਨ ਨਹੀਂ ਰੱਖ ਸਕਦੇ। ਅਸੀਂ ਇਹ ਉਮੀਦ ਨਹੀਂ ਕਰ ਸਕਦੇ ਕਿ ਉਹ ਬੱਚੇ ਬਹੁਤ ਜ਼ਿਆਦਾ, ਜਿਹਨੂੰ ਕਹਿੰਦੇ ਨਾ ਕਿ ਕਿਰਦਾਰ ਵਾਲੇ ਜਾਂ ਬਹੁਤ ਦਾਨੀ, ਬਹੁਤ ਦੂਜਿਆਂ ਦੀ ਮਦਦ ਕਰਨ ਵਾਲੇ ਬਣਨਗੇ। ਜੇ ਅਸੀਂ ਚਾਹੁੰਦੇ ਹਾਂ ਸਾਡੇ ਬੱਚੇ ਵੱਡੇ ਹੋ ਕੇ ਚੰਗੇ ਰਿਸਪਾਂਸਿਬਲ ਸਿਟੀਜ਼ਨ ਬਣਨ, ਜੇ ਅਸੀਂ ਚਾਹੁੰਦੇ ਹਾਂ ਸਾਡੇ ਬੱਚੇ ਵੱਡੇ ਹੋ ਕੇ ਚੰਗੇ ਪਰਿਵਾਰ ਵਾਲੇ ਬਣਨ, ਜਿਹੜਾ ਸਾਡਾ ਮੁੰਡਾ ਆ ਉਹ ਆਪਦੇ ਪਰਿਵਾਰ ਨੂੰ ਵਧੀਆ ਤਰ੍ਹਾਂ ਰਿਸਪਾਂਸਿਬਲੀ ਰੇਜ਼ ਕਰੇ, ਜਿਹੜੀ ਸਾਡੀ ਕੁੜੀ ਆ ਉਹ ਆਪਦੇ ਆਪ ਨੂੰ, ਆਪਣੇ ਪਰਿਵਾਰ ਨੂੰ ਵਧੀਆ ਤਰ੍ਹਾਂ ਰੇਜ਼ ਕਰੇ, ਚੰਗੀਆਂ ਗੱਲਾਂ ਸਿਖਾਵੇ, ਤਾਂ ਸਾਨੂੰ ਪਹਿਲਾਂ ਬੱਚਿਆਂ ਨੂੰ ਇਹ ਚੀਜ਼ਾਂ ਸਿਖਾਉਣੀਆਂ ਪੈਣਗੀਆਂ। ਬਹੁਤ ਜ਼ਿਆਦਾ, ਬਹੁਤ ਹੀ ਜ਼ਿਆਦਾ ਜ਼ਰੂਰੀ ਹੈ। ਸਿਰਫ ਇਹ ਕਹਿਣ ਨਾਲੋਂ ਪੜ੍ਹ ਲਓ, ਪੜ੍ਹ ਲਓ, ਪੜ੍ਹ ਲਓ, ਪੜ੍ਹ ਲਓ, ਪੜ੍ਹ ਲਓ, ਪੜ੍ਹ ਲਓ, ਨੋ, ਬਹੁਤ ਹੋ ਗਿਆ। ਇਕੱਲਾ ਪੜ੍ਹਨਾ ਹੀ ਜ਼ਰੂਰੀ ਨਹੀਂ, ਗੁੜਨਾ ਵੀ ਜ਼ਰੂਰੀ ਹੈ। ਜੋ ਪੜ੍ਹਿਆ ਨਾ ਉਹਨੂੰ ਸਿੱਖਣਾ ਵੀ ਜ਼ਰੂਰੀ ਹੈ। ਜੋ ਅਸੀਂ ਪੜ੍ਹਿਆ ਉਹਨੂੰ ਇੰਪਲੀਮੈਂਟ ਵੀ ਕਰਨਾ ਜ਼ਰੂਰੀ ਹੈ, ਜ਼ਿੰਦਗੀ ਦੇ ਵਿੱਚ ਲਾਗੂ ਕਰਨਾ ਬਹੁਤ ਜ਼ਰੂਰੀ ਹੈ। ਮੁਹਾਵਰਾ ਸੁਣਿਆ ਹੋਇਆ ਨਾ, ਥੁੱਕੀ ਵੜੇ ਨਹੀਂ ਪੱਕਦੇ। ਕਹਿਣ ਨਾਲ ਚੀਜ਼ਾਂ ਨਹੀਂ ਹੁੰਦੀਆਂ, ਕਰਨੀਆਂ ਪੈਂਦੀਆਂ ਸੀ। ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ, ਜਦੋਂ ਆਪਾਂ ਉਹ ਕੰਮ ਕਰਨਾ ਹੁੰਦਾ, ਖੁਦ ਵੀ ਕਰਨਾ, ਉਦੋਂ ਅਸੀਂ ਰੀਅਲਾਈਜ਼ ਕਰਦੇ ਹਾਂ ਅਸੀਂ ਕਿੰਨਾ ਕੁ ਮਿਸ ਕਰ ਜਾਂਦੇ ਹਾਂ, ਕਿੰਨਾ ਜ਼ਿਆਦਾ ਕਰਦੇ ਪਏ ਹਾਂ। ਸੋ ਅਕਾਊਂਟੇਬਿਲਟੀ, ਆਪਣੇ ਆਪ ਨੂੰ ਕੁਐਸਚਨ ਕਰਨਾ। ਆਪਣੀਆਂ ਆਦਤਾਂ ਸੁਧਾਰਨ ਵਾਸਤੇ ਸਭ ਤੋਂ ਵਧੀਆ ਗੱਲ ਤਾਂ ਹੁੰਦੀ ਹੈ ਆਪਣੇ ਆਪ ਨੂੰ ਕੁਐਸਚਨ ਕਰੋ ਕਿ ਤੁਸੀਂ ਕੀ ਚਾਹੁੰਦੇ ਹੋ, ਕੀ ਚਾਹੁੰਦੇ ਹੋ ਆਪਣੇ ਆਪ ਵਾਸਤੇ, ਕੀ ਚਾਹੁੰਦੇ ਹੋ ਆਪਣੇ ਪਰਿਵਾਰ ਦੇ ਵਾਸਤੇ, ਫਿਰ ਉਹ ਸੇਧ ਦਿਓ। What do you think about today's topic? ਅੱਜ ਦਾ ਟਾਪਿਕ ਤੁਹਾਨੂੰ ਕਿਹੋ ਜਿਹਾ ਲੱਗ ਰਿਹਾ? ਕਿਉਂਕਿ ਅੱਜ ਦਾ ਜਿਹੜਾ ਟਾਪਿਕ ਹੈਗਾ ਆ, ਅਸੀਂ ਪਿਛਲੇ ਦਿਨਾਂ ਦੇ ਵਿੱਚ ਗੱਲਾਂ ਬਾਤਾਂ ਕਰਦੇ ਕਰਦੇ ਆਪਾਂ ਬਹੁਤੀ ਵਾਰੀ ਆਪਣੇ ਵਤੀਰੇ ਬਾਰੇ ਗੱਲ ਕਰਦੇ ਹੁੰਦੇ ਹਾਂ ਕਿ ਅਸੀਂ ਆਪਣੇ ਆਪ ਨੂੰ ਕਿਵੇਂ ਇੰਪਰੂਵ ਕਰਨਾ, ਆਪਣੇ ਵੱਲ ਧਿਆਨ ਕਿਵੇਂ ਦੇਣਾ, ਆਪ ਕਿਵੇਂ ਚੰਗਾ ਬਣਨਾ, ਜਾਂ ਚੰਗਾ ਬਣਨਾ ਕਿਉਂ ਜ਼ਰੂਰੀ ਹੈ, ਜਾਂ ਆਪਣੇ ਆਪ ਵੱਲ ਧਿਆਨ ਦੇਣਾ ਕਿਉਂ ਜ਼ਰੂਰੀ ਹੈ। ਅਸੀਂ ਹੁਣ ਤੱਕ ਇਹ ਸਾਰੇ ਦੇ ਸਾਰੇ ਟਾਪਿਕਸ ਨੂੰ ਟੱਚ ਕੀਤਾ ਹੋਇਆ, ਪਰ ਅੱਜ ਦਾ ਜਿਹੜਾ ਟਾਪਿਕ ਹੈਗਾ ਆ, ਆਉਂਦੀ ਜਨਰੇਸ਼ਨ ਨੂੰ ਵਧੀਆ ਬਣਾਉਣਾ, ਆਉਂਦੀ ਜਨਰੇਸ਼ਨ ਨੂੰ ਕੌਨਫੀਡੈਂਟ ਬਣਾਉਣਾ, ਇਹ ਸਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ। ਸਪੈਸ਼ਲੀ ਉਦੋਂ ਜਦੋਂ ਸਾਡੇ ਪੰਜਾਬ ਦੇ ਵਿੱਚ ਇਸ ਵੇਲੇ ਇੱਕ ਪੂਰੀ ਮੁਹਿੰਮ ਚੱਲ ਰਹੀ ਹੈ। ਆਪਾਂ ਸਾਰੇ ਸ਼ੇਅਰ ਕਰਦੇ ਹੁੰਦੇ ਆ ਕਿ ਉਹ ਸਾਡੇ ਪੰਜਾਬ ਦੇ ਲੋਕੀ ਤਾਂ ਇੱਕ ਬੋਤਲ ਪਿੱਛੇ ਵਿਕ ਜਾਂਦੇ ਆ। ਕਿਉਂ ਵਿਕਦੇ ਆ ਇੱਕ ਬੋਤਲ ਪਿੱਛੇ? ਇਹ ਚੀਜ਼ ਸਾਨੂੰ, ਇਹਦੇ ਬਾਰੇ ਵਿੱਚ ਸਾਨੂੰ ਸੋਚਣਾ ਪਊਗਾ। ਉਹਦੇ ਵਾਸਤੇ ਸਾਡੇ ਕੋਲ ਐਜੂਕੇਸ਼ਨ ਲੈ ਕੇ ਆਉਣੀ ਪਏਗੀ। ਔਰ ਸਾਡੇ ਕੋਲ 2 ਕਮੈਂਟਸ ਹੋਰ ਨੇ ਜਿਹੜੇ ਆਪਾਂ ਤੁਹਾਨੂੰ ਹੁਣੇ ਪੜ੍ਹ ਕੇ ਸੁਣਾਉਂਦੇ ਹਾਂ। ਪਹਿਲਾ ਤਾਂ ਹੈ ਗੁਰਨੇਕ ਸਿੰਘ ਹੁਣਾਂ ਦਾ ਕਿ ਜੇ ਜ਼ਿੰਦਗੀ ਵਿੱਚ ਤੁਹਾਡਾ ਫਰਜ਼ ਨਹੀਂ, ਫਿਰ ਜ਼ਿੰਦਗੀ ਨੂੰ ਵੀ ਕੋਈ ਹਰਜ਼ ਨਹੀਂ। ਵਾਹ, ਬਿਲਕੁਲ। ਇਫ ਯੂ ਵਾਂਨਾ ਬੀ ਸਮਥਿੰਗ, ਇਫ ਯੂ ਵਾਂਨਾ ਮੇਕ ਅ ਡਿਫਰੈਂਸ, ਤਾਂ ਤੁਹਾਨੂੰ ਆਪਣੀਆਂ ਰਿਸਪੌਂਸਿਬਿਲਿਟੀਜ਼ ਪੂਰੀਆਂ ਕਰਨੀਆਂ ਪੈਣਗੀਆਂ। ਬਹੁਤ ਜ਼ਰੂਰੀ ਹੈ, ਬਹੁਤ ਜ਼ਰੂਰੀ ਹੈ। ਔਰ
ਅੱਗੇ ਹੈ ਸਾਡੇ ਕੋਲ ਕਿ ਅ ਗੁੱਡ ਹੋਮ ਇਜ਼ ਅ ਫਾਊਂਡੇਸ਼ਨ ਆਫ ਅ ਗੁੱਡ ਸੋਸਾਇਟੀ। ਐਬਸੋਲੂਟਲੀ ਰਾਈਟ ਹਰਿੰਦਰ, ਬਿਲਕੁਲ ਸਹੀ ਕਿਹਾ। ਜਿਹੜਾ ਪਰਿਵਾਰ ਹੈਗਾ ਨਾ, ਉਹ ਆਪਣੇ ਆਪ ਦੇ ਵਿੱਚ ਛੋਟਾ ਜਿਹਾ ਸਮਾਜ ਹੈ। ਸਮਾਜ ਜਿਹੜਾ ਹੈਗਾ ਇਹ ਤੋਂ ਦੇਸ਼ ਬਣਦਾ। ਇਟਸ ਸੱਚ ਅ ਸਮਾਲ ਥਿੰਗ। ਕਿੰਨੀ ਛੋਟੀ ਜਿਹੀ ਚੀਜ਼ ਹੈਗੀ ਹੈ, ਪਰ ਕਿੰਨੀ ਵੱਡੀ ਹੈ ਇਹ ਗੱਲ। ਸੋ ਜੇ ਅਸੀਂ ਆਪਣੇ ਆਪ ਨੂੰ ਸੁਧਾਰੀਏ, ਆਪਣੇ ਬੱਚਿਆਂ ਨੂੰ ਸਹੀ ਰਾਹ ਪਾਈਏ, ਸਹੀ ਸੇਧ ਦਈਏ, ਤਾਂ ਬੇਸਿਕਲੀ ਸਾਡੇ ਕੋਲ ਜਿਹੜੀਆਂ ਇਹ ਪ੍ਰੋਬਲਮਸ ਚੱਲਦੀਆਂ ਪਈਆਂ ਖਤਮ ਹੋ ਜਾਣ। ਹੁਣ ਤੁਸੀਂ ਸੋਚਦੇ ਹੋਵੋਗੇ ਕਿ ਫਿਰ ਇੱਦਾਂ ਹੁੰਦਾ ਕਿਉਂ ਨਹੀਂ, ਜਾਂ ਸ਼ਾਇਦ ਹੁੰਦਾ ਹੋਵੇ। ਜੇ ਹੁੰਦਾ ਐਵੇਂ ਤਾਂ 2012 ਦੇ ਵਿੱਚ ਇੱਕ ਬਹੁਤ ਜ਼ਿਆਦਾ ਭਿਆਨਕ ਰੇਪ ਇਨਸੀਡੈਂਟ ਹੋਇਆ ਸੀ ਦਸੰਬਰ ਦੇ ਵਿੱਚ, ਜਿਹਨੂੰ ਬਹੁਤ ਜ਼ਿਆਦਾ ਇੰਡੀਆ ਦੇ ਵਿੱਚ ਸਭ ਨੇ ਉਹਦੇ ਬਾਰੇ ਗੱਲ ਵੀ ਕੀਤੀ ਸੀ। ਨਿਰਭਇਆ ਸੀ ਲੜਕੀ ਦਾ ਨਾਮ, ਜਿਹੜੀ ਵਿਕਟਮ ਸੀਗੀ। ਜਿਹੜੀ ਉਹ ਚੀਜ਼ ਹੈਗੀ ਹੈ, ਆਪਾਂ ਸਭ ਨੇ ਬਹੁਤ ਸ਼ੇਅਰ ਕੀਤਾ, ਆਪਾਂ ਸਭ ਨੇ ਬਹੁਤ ਉਹਦੇ ਬਾਰੇ ਗੱਲਾਂ ਕੀਤੀਆਂ। 2012 ਵਿੱਚ ਆਈ ਥਿੰਕ ਇਹ ਹੋਇਆ ਸੀ, ਔਰ 2021 ਆ ਗਿਆ ਹੋਇਆ। ਅਗਲੇ ਸਾਲ ਇਸ ਗੱਲ ਨੂੰ 10 ਸਾਲ ਹੋ ਜਾਣਗੇ। ਜਿਹੜੇ ਉਸ ਸਾਲ ਬੱਚੇ ਜੰਮੇ ਹੋਣਗੇ ਉਹ 10 ਸਾਲ ਦੇ ਹੋ ਗਏ ਹੁਣ। ਜਿਹੜੇ ਉਸ ਸਾਲ 5 ਜਾਂ 7 ਸਾਲ ਦੇ ਹੋਣਗੇ ਉਹ ਹੁਣ ਐਡਲਟ ਬਣ ਚੁੱਕੇ ਹੋਏ ਨੇ। ਇਹਨਾਂ ਬੱਚਿਆਂ ਨੂੰ ਕੀ ਅਸੀਂ ਕੁਝ ਵੱਖਰਾ ਸਿਖਾਇਆ ਸੀ ਕਿ ਅਸੀਂ ਹਰੇਕ ਦੀ ਰਿਸਪੈਕਟ ਕਰਨੀ ਹੈ? ਮੀਨਸ ਰਿਸਪੈਕਟ ਇਨ ਦਾ ਸੈਂਸ ਲੈਟ ਦੈਮ ਬੀ। ਉਹ ਜਿੱਥੇ ਜੋ ਕਰਦੇ ਪਏ ਨੇ ਲੈਟ ਦੈਮ ਬੀ। ਅਸੀਂ ਜਾ ਕੇ ਐਵੇਂ ਕਿਤੇ ਪੈਰ ਨਾ ਆਪਣਾ ਫਸਾਈਏ। ਅਗਲੀ ਗੱਲ ਕਿ ਅਗਰ ਕਿਸੇ ਨੇ ਕਹਿਤਾ ਹੋਇਆ ਨੋ, ਤਾਂ ਅਸੀਂ ਉਸ ਨਾ ਨੂੰ ਐਕਸੈਪਟ ਕਰੀਏ। ਜਿਹੜੀਆਂ ਸਾਡੀਆਂ ਮੂਵੀਜ਼ ਨੇ ਉਹਨਾਂ ਨੇ ਸਾਨੂੰ, ਜਾਂ ਸਾਡੇ ਜਿਹੜੇ ਸਾਡੇ ਪਿਛਲੇ ਹੈਗੇ ਸੀ ਜਨਰੇਸ਼ਨਸ, ਉਹਨਾਂ ਨੂੰ ਇਹ ਚੀਜ਼ ਬਹੁਤ ਜ਼ਿਆਦਾ ਸਿਖਾਈ ਹੋਈ ਹੈ ਕਿ ਅਗਰ ਕਿਸੇ ਨੇ ਨਾ ਕਰਤੀ ਹੋਈ ਹੈ, ਸਪੈਸ਼ਲੀ ਕੁੜੀ ਨੇ, ਤਾਂ ਉਹ ਨਾ ਨਹੀਂ ਹੈਗੀ, ਉਹ ਤਾਂ ਹਾਂ ਹੀ ਹੈ। ਸੋ keep on asking until that turns into a yes. ਇਹ ਹੁੰਦੀ ਹੈ coercion, ਇਹ ਹੈ abuse। ਕੀ ਅਸੀਂ ਆਪਣੀ ਆਉਂਦੀ ਜਨਰੇਸ਼ਨ ਨੂੰ ਇਹ ਚੀਜ਼ ਸਿਖਾਈ ਹੈ? ਸਿੰਸ ਦੈਨ ਜੇ ਸਿਖਾਈ ਹੋਏਗੀ ਤਾਂ ਸਾਡੇ ਕੋਲ ਇੱਕ ਜਿਹੜੀ ਜਨਰੇਸ਼ਨ ਹੈ ਉਹ ਬਹੁਤ ਹੀ ਸਿਆਣੀ, ਬਹੁਤ ਸੁਲਝੀ ਹੋਈ ਹੋਏਗੀ, ਔਰ ਉਸ ਜਨਰੇਸ਼ਨ ਆਨਵਰਡਸ ਐਕਚੁਅਲੀ ਸੁਲਝੇ ਹੋਏ ਹੋਣਗੇ। ਕਿਉਂ? ਅਸੀਂ ਅਗਰ ਆਪਣੀ ਇੱਕ ਜਨਰੇਸ਼ਨ ਨੂੰ ਸਹੀ ਰਾਹ ਪਾ ਦਈਏ ਨਾ, ਤਾਂ ਅਫਕੋਰਸ ਆਉਂਦੀਆਂ ਜਨਰੇਸ਼ਨ ਸਹੀ ਰਾਹ ਪੈ ਜਾਣਗੀਆਂ। ਮਾਂ ਪਿਓ ਕਿਸੇ ਨੂੰ ਵੀ ਆਪਾਂ ਸਹੀ ਚੀਜ਼ ਸਿਖਾ ਦਈਏ, ਬੱਚੇ ਅੱਗੋਂ ਸਿੱਖੇ ਹੋਏ ਹੋਣਗੇ। ਪਿਓ ਜ਼ਿਆਦਾ ਜ਼ਰੂਰੀ। ਯੂ ਨੋ ਵਟ, ਆਪਾਂ ਜੇ ਕਹਿੰਦੇ ਆ ਭਾਰਤ ਮਰਦ ਪ੍ਰਧਾਨ ਸਮਾਜ ਹੈ, ਤਾਂ ਫਿਰ ਜਿਹੜੇ ਮਰਦ ਨੇ ਦੇ ਨੀਡ ਟੂ ਟੇਕ ਦ ਰਿਸਪੌਂਸਿਬਿਲਿਟੀ, ਬੀ ਬੈਟਰ। ਠੀਕ ਹੈ ਨਾ? we all have to own up to our responsibilities. ਸੋ ਇਹ ਸਾਡੇ ਸਭ ਦੇ ਲਈ ਬਹੁਤ ਬਹੁਤ ਜ਼ਰੂਰੀ ਹੈ। ਅੱਜ ਦੀ ਗੱਲਬਾਤ ਨੂੰ ਇੱਥੇ ਬੰਦ ਕਰਦੇ ਹਾਂ, ਤੇ ਇਸ ਤੋਂ ਬਾਅਦ ਆਪਾਂ ਇੱਕ ਛੋਟਾ ਜਿਹਾ ਲਾਈਵ ਕਰਦੇ ਹੈਗੇ ਹਾਂ ਮੇਰੇ ਮੇਨ ਪ੍ਰੋਫਾਈਲ ਦੇ ਉੱਤੇ, ਔਰ ਉਹਦੇ ਵਿੱਚ ਆਪਾਂ ਥੋੜੀ ਲਾਈਟ ਗੱਲਬਾਤ ਰੱਖਾਂਗੇ। ਪਰ ਅੱਜ ਦੀ ਜਿਹੜੀ ਇਹ ਸਾਡਾ ਲਾਈਵ ਹੈ, ਦਿਸ ਇਜ਼ ਆਲ ਅਬਾਊਟ ਰੇਜ਼ਿੰਗ ਰਿਸਪੌਂਸਿਬਲ ਨੈਕਸਟ ਜਨਰੇਸ਼ਨ। ਸੋ ਅਗਰ ਤੁਸੀਂ ਆਉਂਦੀ ਜਨਰੇਸ਼ਨ ਨੂੰ ਕਿਵੇਂ ਵਧੀਆ ਤਰ੍ਹਾਂ ਸਿਖਾਉਣਾ ਹੈ, ਇਹ ਸਿੱਖਣਾ ਚਾਹੁੰਦੇ ਹੋ, ਤਾਂ ਪਲੀਜ਼ ਇਸ ਲਾਈਵ ਦੀ ਜਿਹੜੀ ਰਿਕਾਰਡਿੰਗ ਹੈਗੀ ਹੈ, ਵਾਚ ਦਿਸ, ਇਟ ਵਿਲ ਬੀ ਔਨ YouTube ਐਜ਼ ਵੈਲ। ਬਾਕੀਆਂ ਦੇ ਨਾਲ ਸ਼ੇਅਰ ਵੀ ਕਰੋ। ਅਸੀਂ ਅਗਰ ਚੰਗੀ ਚੀਜ਼ ਸ਼ੇਅਰ ਕਰਦੇ ਹਾਂ ਤਾਂ ਉਹ ਵੱਧਦੀ ਹੋਈ ਹੈ। ਸੋ ਮੈਂ ਇਹ ਗੱਲ ਤੁਹਾਡੇ ਤੇ ਛੱਡਦੀ ਹਾਂ। ਅਗਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਸ਼ੇਅਰ ਕਰਨਾ, ਬਾਕੀਆਂ ਦੇ ਨਾਲ ਵੀ ਇਹ ਗੱਲਬਾਤ ਕਰਨੀ ਕਿ ਅਸੀਂ ਅਗਰ ਆਪਣੇ ਆਪ ਨੂੰ ਸੁਧਾਰਾਂਗੇ, ਸਾਡੀ ਆਉਂਦੀ ਜਨਰੇਸ਼ਨ ਵੀ ਵਧੀਆ ਹੋਊਗੀ, ਤੇ ਅਸੀਂ ਆਉਂਦੀ ਜਨਰੇਸ਼ਨ ਨੂੰ ਵੀ ਸਹੀ ਰਾਹ ਦੇ ਉੱਤੇ ਪਾਈਏ। ਥੈਂਕ ਯੂ ਸੋ ਮਚ ਅੱਜ ਦਾ ਇਹ ਲਾਈਵ ਦੇਖਣ ਦੇ ਵਾਸਤੇ। ਥੈਂਕ ਯੂ ਸੋ ਮਚ ਇਹ ਰਿਕਾਰਡਿੰਗਸ ਦੇਖਣ ਦੇ ਵਾਸਤੇ। ਇਵੇਂ ਹੀ 21 ਡੇਜ਼ ਟੂ ਹੈਪੀਨੈਸ ਦੇ ਨਾਲ ਜੁੜੇ ਰਹੋ। ਮਿਲਦੀ ਹਾਂ ਤੁਹਾਨੂੰ ਥੋੜੀ ਦੇਰ ਬਾਅਦ ਮੇਰੇ ਮੇਨ ਪ੍ਰੋਫਾਈਲ ਤੋਂ। ਸਤਿ ਸ਼੍ਰੀ ਅਕਾਲ।